जो लड़ीवार सहज पाठ विचार चल रही है। अज का शब्द है पावन अंग 740। शब्द है सूही महला पंजवां। गुर कै बचन हृदय ध्यान धारी, रसना जाप जपों बनवारी। ये पावन शब्द आरंभ है। आओ भाई साहब स्टेज पर आ चुके हैं, फतेह बुलाइए। वाहिगुरू जी का खालसा, वाहिगुरू जी की फतेह। सतनाम धन वाहिगुरू साहिब जी। बाणी गुरु गुरु है बाणी, विच बाणी अमृत सारे। गुर बाणी का है सेवक जन मानै, परतख गुरु निस्तारे। हों आया दूर हूँ चल के, मैं तकी तौ शरणाई जियो। मैं आसा रखी चित मह, मेरा सबो दुख गवाए जियो। क्या गुण तेरे सार संभाली, मोहे निर्गुण के दातारे। बै खरीद क्या करे चतुराई, एह जियो पिंड सब थारे। बेशुमार अथाह अगणित अतुल, ज्यों बुलावो त्यों नानक दास बोलै। सतनाम वाहिगुरू साहिब जीओ। सूही महला पंजवा। गुर कै बचन हृदय ध्यान धारी, रसना जाप जपों बनवारी। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਮੁਕੱਦਸ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਪਿਆਰੇ ਸਤਸੰਗੀ ਜਨੋ, ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀ ਆਪ ਹਾਜ਼ਰੀ ਭਰ ਰਹੇ ਹੋ। ਸੱਚੇ ਪਾਤਸ਼ਾਹ ਹਜ਼ੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਕਲਾ ਵਰਤ ਰਹੀ ਹੈ। ਆਪ ਜਿੰਨੇ ਗੁਰਦਰਬਾਰ ਵਿੱਚ ਮੌਜੂਦ ਹੋ, ਜਿੰਨੇ ਘਰ ਬੈਠੇ ਸਰਵਣ ਕਰ ਰਹੇ ਹੋ, ਸੂਹੀ ਰਾਗ ਦਾ ਅੱਜ ਪਾਵਨ ਹੁਕਮਨਾਮਾ ਆਪ ਜੀ ਨੂੰ ਸਤਿਕਾਰਯੋਗ ਭਾਈ ਸਾਹਿਬ ਜੀ ਨੇ ਸਰਵਣ ਕਰਾਇਆ। ਹੁਣ ਸੂਹੀ ਰਾਗ ਦੀ ਹੀ ਸ਼ਬਦਾਂ ਦੀ ਲੜੀ ਆਪ ਸਰਵਣ ਕਰ ਰਹੇ ਹੋ ਪਿਛਲੇ ਦਿਨਾਂ ਤੋਂ। ਆਓ 740 ਅੰਗ 'ਤੇ ਜਿਹੜਾ ਇਹ ਮਜ਼ਮੂਨ ਹੈ ਸ਼ਬਦਾਂ ਦਾ, ਇਹਦੀ ਵਿਚਾਰ ਆਰੰਭ ਕਰੀਏ। ਵਿਚਾਰ ਆਰੰਭਣ ਤੋਂ ਪਹਿਲਾਂ ਗੱਜ ਵੱਜ ਕੇ ਗੁਰੂ ਬਖਸ਼ੀ ਫਤਿਹ ਸਾਂਝੀ ਕਰੋ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰ ਕੈ ਬਚਨ ਹਿਰਦੈ ਧਿਆਨ ਧਾਰੀ। ਸਤਿਗੁਰੂ ਗੁਰੂ ਅਰਜੁਨ ਸਾਹਿਬ ਮਹਾਰਾਜ ਜੀ ਕਹਿੰਦੇ ਗੁਰੂ ਦੇ ਬਚਨਾਂ ਨੂੰ ਧਿਆਨ ਨਾਲ ਆਪਣੇ ਹਿਰਦੇ ਵਿੱਚ ਧਾਰਨ ਕਰੀਏ। ਧਾਰਨ ਕੀਤੇ ਬਿਨਾ ਗੁਰੂ ਦੀ ਮੱਤ ਸਾਡੇ ਜੀਵਨ ਨੂੰ ਸੁਹਿਰਦ ਨਹੀਂ ਕਰ ਸਕੇਗੀ। ਜੇ ਮੱਤ ਸੁਣੀ ਜਾ ਰਹੇ ਹਾਂ, ਕਰੀ ਆਪਣੀ ਜਾ ਰਹੇ ਹਾਂ। ਜਿਸ ਤਰ੍ਹਾਂ ਭਗਤ ਰਵਿਦਾਸ ਕੋਲ ਇੱਕ ਦੁੱਧ ਦੇਣ ਵਾਲਾ ਆਇਆ, ਕਹਿੰਦਾ ਮੈਨੂੰ ਨਾਮ ਦੀ ਦਾਤ ਦੇ ਦਿਓ, ਮੈਨੂੰ ਵੀ ਦੱਸ ਦਿਓ ਰੱਬ ਦੀ ਬੰਦਗੀ ਕੀ ਹੁੰਦੀ ਹੈ। ਭਗਤ ਰਵਿਦਾਸ ਨੇ ਕਿਹਾ ਤੂੰ ਕੰਮ ਕੀ ਕਰਦਾ ਹੈ? ਕਹਿੰਦਾ ਮੈਂ ਦੁੱਧ ਵੇਚਦਾ, ਦੋਜੀ ਹਾਂ। ਰਵਿਦਾਸ ਜੀ ਕਹਿੰਦੇ ਫਿਰ ਮੈਨੂੰ ਦੁੱਧ ਦੇ ਦੇ। ਰਵਿਦਾਸ ਜੀ ਨੂੰ ਕਹਿੰਦਾ ਭਾਂਡਾ ਲਿਆਓ। ਉਹ ਰਵਿਦਾਸ ਜੀ ਉਹ ਭਾਂਡਾ ਲਿਆਏ ਜਿਸ ਭਾਂਡੇ ਵਿੱਚ ਪਹਿਲਾਂ ਹੀ ਗੰਦਾ ਪਾਣੀ ਸੀ। ਅਤੇ ਉਹ ਰਵਿਦਾਸ ਜੀ ਕਹਿੰਦੇ ਲਿਆ ਪਾ ਦੁੱਧ। ਉਹ ਕਹਿੰਦਾ ਭਾਈ ਇਹ ਤਾਂ ਭਾਂਡਾ ਮੈਲਾ, ਤੁਸੀਂ ਸਿਆਣੇ ਬਿਆਣੇ ਹੋ, ਦੁੱਧ ਤਾਂ ਸਾਫ਼ ਭਾਂਡੇ ਵਿੱਚ ਟਿਕਦਾ। ਬਸ ਇਹੀ ਗੱਲ ਰਵਿਦਾਸ ਜੀ ਕਹਿੰਦੇ ਨਾਮ ਵੀ ਸ਼ੁੱਧ ਹਿਰਦੇ ਵਿੱਚ ਟਿਕਦਾ। ਅੱਜ ਜਿਹੜੀ ਗੱਲ ਗੁਰੂ ਅਰਜੁਨ ਸਾਹਿਬ ਜੀ ਕਹਿ ਰਹੇ, ਗੁਰ ਕੈ ਬਚਨ ਹਿਰਦੈ ਧਿਆਨ ਧਾਰੀ। ਇੱਕ ਜੋਗੀ ਕਿਸੇ ਦੇ ਘਰ ਬੂਹਾ ਖੜਕਾ ਕੇ ਕਹਿੰਦਾ ਵੀ ਦੁੱਧ ਦੇ ਭੈਣੇ, ਮੈਂ ਜੋਗੀ ਆਇਆ ਅਲਖ ਨਿਰੰਜਨ।
ਹੁਣ ਉਹ ਗੜਵੀ ਭਰ ਕੇ ਦੁੱਧ ਲਿਆਉਂਦੀ ਹੈ ਸਮਾਣੀ। ਉਹ ਕਹਿੰਦੀ ਭਾਈ ਬਾਬਾ ਖੋਲ ਡੋਲਚੀ ਦਾ ਮੂੰਹ ਤੇ ਮੈਂ ਪਾਵਾਂ ਦੁੱਧ। ਉਹ ਡੋਲੂ ਦਾ ਮੂੰਹ ਖੋਲ੍ਹਦਾ, ਅੰਦਰ ਪਹਿਲਾਂ ਹੀ ਪਾਣੀ ਭਰਿਆ ਆ। ਉਹ ਮਾਈ ਕਹਿੰਦੀ ਹੈ ਪਾਣੀ ਰੋੜ ਤੇ ਮੈਂ ਦੁੱਧ ਪਾਵਾਂ, ਨਹੀਂ ਤੇ ਲੱਸੀ ਹੋ ਜਾਏਗੀ। ਤੇ ਉਹ ਜਿਹੜਾ ਜੋਗੀ ਹੈ ਕਹਿੰਦਾ ਇਹ ਪਾਣੀ ਤੇ ਮੈਂ ਨਹੀਂ ਡੋਲਾਂਗਾ, ਇਹਦੇ ਵਿੱਚ ਹੀ ਪਾ ਦੇ। ਬਸ ਸਾਡਾ ਵੀ ਇਹ ਹਾਲ ਹੈ, ਗੁਰੂ ਦੀ ਮੱਤ ਲੈਣੀ ਵੀ ਹੈ ਪਰ ਆਪਣੀ ਮੱਤ ਤਿਆਗਣੀ ਵੀ ਨਹੀਂ ਹੈ। ਉਹ ਦੁੱਧ ਕਿਵੇਂ ਰਹੇ, ਉਹ ਤੇ ਲੱਸੀ ਹੋ ਜਾਏਗਾ। ਸੱਚ ਇਹ ਹੈ ਕਿ ਸਤਿਗੁਰੂ ਜੀ ਕਹਿੰਦੇ ਗੁਰੂ ਦੇ ਬਚਨਾਂ ਨੂੰ ਹਿਰਦੇ ਵਿੱਚ ਟਿਕਾਉਣਾ ਕਰੋ, ਟਿਕਾਓ। ਹਿਰਦੈ ਧਿਆਨ ਧਾਰੀ ਰਸਨਾ ਜਾਪ ਜਪੋ ਬਨਵਾਰੀ। ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਬਨਵਾਲੀ ਮਾਲੀ ਨੂੰ ਆਖਿਆ, ਬਨਾਂ ਨੂੰ ਸਾਂਭਣ ਵਾਲਾ। ਸਾਰੇ ਇਸ ਸੰਸਾਰ ਨੂੰ ਬਣਾ ਕੇ ਸਾਰੇ ਸੰਸਾਰ ਦੀ ਸਿਰਜਣਾ ਕਰਨ ਤੋਂ ਬਾਅਦ ਧਿਆਨ ਦੇ ਕੇ ਸਭ ਨੂੰ ਪਾਲਣ ਵਾਲੇ ਵਾਹਿਗੁਰੂ ਦਾ ਨਾਮ ਆਪਣੀ ਰਸਨਾ ਤੋਂ ਜਪੋ ਤੇ ਆਖੋ ਮਾਤ ਗਰਭ ਤੁਮ ਹੀ ਪ੍ਰਤਪਾਲਕ, ਮ੍ਰਿਤ ਮੰਡਲ ਇਤ ਤੂੰ ਹੀ ਰਸਨਾ ਜਪਤੀ ਤੂੰ ਹੀ। ਇਹ ਵਾਲੀ ਸਤਿਗੁਰੂ ਜੀ ਨੇ ਬਖਸ਼ਿਸ਼ਾਂ ਇਸ ਸ਼ਬਦ ਵਿੱਚ ਕੀਤੀਆਂ ਨੇ। ਤੇ ਇਸ ਸ਼ਬਦ ਵਿੱਚ ਅੱਗੇ ਜਾ ਕੇ ਅਸੀਂ ਗੁਰੂ ਦੀ ਕਥਾ ਬਾਬਤ ਸਰਵਣ ਕਰਾਂਗੇ। ਭਾਈ ਸਾਹਿਬ ਜੀ ਸਰਵਣ ਕਰਾ ਰਹੇ ਨੇ, ਨਾਲ ਜਪੋ ਜੀ। ਸਫਲ ਮੂਰਤ ਦਰਸ਼ਨ ਬਲਹਾਰੀ, ਚਰਨ ਕਮਲ ਮਨ ਪ੍ਰਾਣ ਆਧਾਰੀ ਰਹਾਉ। ਸਫਲ ਮੂਰਤ ਦਰਸ਼ਨ ਬਲਹਾਰੀ। ਗੁਰਮੂਰਤ, ਗੁਰੂ ਦੀ ਮੂਰਤ ਕੀ ਹੈ? ਜੇ ਇੱਥੇ ਸਫਲ ਮੂਰਤ ਆਖਿਆ, ਗੁਰਮੂਰਤ ਗੁਰ ਸ਼ਬਦ ਹੈ। ਭਾਈ ਗੁਰਦਾਸ ਜੀ, ਗੁਰੂ ਦੀ ਮੂਰਤ ਗੁਰੂ ਦਾ ਸ਼ਬਦ ਹੀ ਹੈ। ਸ਼ਬਦ ਵਿੱਚੋਂ ਹੀ ਗੁਰੂ ਦੇ ਦੀਦਾਰ ਹੁੰਦੇ ਹੈ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤਾਤੇ ਅੰਗਦ ਭਇਓ ਅੰਗ ਸੰਗ। ਤਾਤੇ ਅੰਗਦ ਜਿਹੜਾ ਹੈ ਗੁਰੂ ਅੰਗਦ ਸਾਹਿਬ ਲਹਿਣਾ ਜੀ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਉਹ ਆਪ ਤਾਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ। ਹੁਣ ਤਤ ਜਿਹੜਾ ਕਿਹਦੇ ਵਿੱਚ ਮਿਲਿਆ? ਸਰੀਰਾਂ ਵਿੱਚ ਥੋੜ੍ਹੀ ਮਿਲਿਆ, ਸੁਰਤ ਦਾ ਸ਼ਬਦ ਵਿੱਚ ਮਿਲ ਜਾਣਾ, ਇਹ ਤਤ ਸਿਉ ਤਤ ਮਿਲਾਇਓ ਹੈ। ਤਤ ਦੀ ਚੀਜ਼ ਤਤ ਵਿੱਚ। ਹੁਣ ਅਸੀਂ ਕਹਿੰਦੇ ਹਾਂ ਸੁਜਾਤੀ ਚੀਜ਼ਾਂ ਸੁਜਾਤੀ ਵਿੱਚ ਮਿਲਦੀਆਂ ਨੇ, ਕੁਜਾਤੀ ਸੁਜਾਤੀ ਦਾ ਮਿਲਾਪ ਨਹੀਂ ਹੁੰਦਾ। ਜਿਵੇਂ ਤੇਲ ਤੇ ਪਾਣੀ ਦਾ ਮਿਲਾਪ ਨਹੀਂ ਹੋ ਸਕਦਾ। ਤੇਲ ਤੇ ਪਾਣੀ ਨੂੰ ਮਿਲਾਓਗੇ, ਤੇਲ ਵੱਖਰਾ ਤਰੇਗਾ, ਪਾਣੀ ਵੱਖਰਾ ਰਹੇਗਾ, ਤੇਲ ਉੱਤੇ ਤਰਦਾ ਰਹੇਗਾ, ਮਿਲਾਪ ਨਹੀਂ ਹੈ। ਮੱਤ ਜੇ ਸਾਡੀ ਮਲੀਨ ਹੈ, ਚਿਕਨਾਹਟ ਵਾਲੀ ਤੇਲ ਵਰਗੀ ਹੈ, ਤੇ ਫਿਰ ਇਹ ਗੰਗਾ ਜਲ ਗੁਰੂ ਗੋਬਿੰਦ ਨਾਮ ਇਹਦੇ ਵਿੱਚ ਨਹੀਂ ਮਿਲ ਸਕਦੀ। ਹੁਣ ਸੁਜਾਤੀ ਦੁੱਧ ਸੁਜਾਤੀ ਨੇ, ਦੁੱਧ ਤੇ ਪਾਣੀ ਸੁਜਾਤੀ ਨੇ। ਪਰ ਪਾਣੀ ਤੇ ਦੁੱਧ ਜਦ ਇਕੱਠੇ ਹੁੰਦੇ ਆ ਪਤਾ ਹੀ ਨਹੀਂ ਲੱਗਦਾ ਪਾਣੀ ਕਿੱਥੇ ਗਿਆ, ਉਹ ਤੇ ਦੁੱਧ ਦਾ ਰੂਪ ਹੀ ਹੋ ਜਾਂਦਾ। ਬਸ ਸੱਚੀ ਮੁੱਚੀ ਅਸੀਂ ਪਾਣੀ ਹਾਂ ਤੇ ਗੁਰੂ ਦੁੱਧ ਹੈ। ਪਰ ਜਦ ਗੁਰੂ ਆਪਣੇ ਵਿੱਚ ਮਿਲਾਉਂਦਾ ਆਪਣਾ ਹੀ ਰੂਪ ਕਰ ਲੈਂਦਾ ਹੈ। ਸੱਚੀ ਗੱਲ ਇਹ ਹੈ, ਜਿਹੜਾ ਮੂਰਤ ਹੈ ਗੁਰੂ ਸ਼ਬਦ ਹੈ। ਸਫਲ ਮੂਰਤ ਦਰਸ਼ਨ ਬਲਹਾਰੀ, ਚਰਨ ਕਮਲ ਮਨ ਪ੍ਰਾਣ ਆਧਾਰੀ। ਗੁਰੂ ਕੀ ਬਾਣੀ ਚਰਨ ਕਮਲ ਨੇ, ਗੁਰੂ ਕੀ ਬਾਣੀ ਮੇਰੇ ਪ੍ਰਾਣਾਂ ਦੇ ਆਧਾਰ ਬਣਨ। ਮੈਂ ਸੋਵਤ ਜਾਗਤ ਉਠਤ ਬੈਠਤ ਖਾਂਦਿਆਂ ਪੀਂਦਿਆਂ ਤੁਰਦਿਆਂ ਫਿਰਦਿਆਂ ਗੁਰੂ ਦੇ ਸ਼ਬਦ ਦੀ ਪ੍ਰੀਤ ਰੱਖਾਂ। ਉਠਤ ਬੈਠਤ ਸੋਵਤ ਜਾਗਤ ਇਹ ਮਨ ਤੁਝੈ ਚਿਤਾਰੇ, ਤੈਨੂੰ ਚੇਤੇ ਕਰਨ ਜੀ ਰਹਾਓ। ਸਾਧ ਸੰਗ ਜਨਮ ਮਰਨ ਨਿਵਾਰੀ, ਅੰਮ੍ਰਿਤ ਕਥਾ ਸੁਣ ਕਰਨ ਆਧਾਰੀ। ਸੰਗਤ ਵਿੱਚ ਆਉਣਾ ਅਤ ਲਾਜ਼ਮੀ ਹੈ। ਸੰਗਤ ਦੇ ਵਿੱਚ ਆ ਕੇ ਕੁਜਾਤ ਵੀ ਸੁਜਾਤ ਹੋ ਜਾਂਦੇ ਹਾਂ। ਅਸੀਂ ਮਿਲਣ ਦੀ ਦਾਤ ਗੁਰੂ ਤੋਂ ਸਿੱਖ ਲੈਂਦੇ ਹਾਂ। ਕੁਜਾਤੀ ਇਸ ਲਈ ਹਾਂ, ਆਪਣੀ ਪੁੱਠੀ ਮੱਤ ਲੈ ਕੇ ਅਸੀਂ ਤੁਰੇ ਹੋਏ ਹਾਂ, ਗੁਰੂ ਵੱਲ ਤੁਰੇ ਹੀ ਨਹੀਂ। ਇਹ ਮਾਰਗ ਤੁਰਨਾ ਹੀ ਨਹੀਂ ਚਾਹੁੰਦੇ, ਆਪਣੀ ਮੱਤ ਤਿਆਗਣਾ ਹੀ ਨਹੀਂ ਚਾਹੁੰਦੇ। ਵਸਤੂ ਅੰਦਰ ਵਸਤ ਸਮਾਵੈ ਦੂਜੀ ਹੋਵੈ ਪਾਸ। ਇਹ ਮਨ ਦੇ ਅੰਦਰ ਦੀ ਮੱਤ ਤਿਆਗਣੀ ਜ਼ਰੂਰੀ ਹੈ। ਗੁਰ ਕੀ ਮੱਤ ਤੂੰ ਲੇਹ ਇਆਣੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਇਸ ਕਰਕੇ ਗੁਰੂ ਕੋਲ ਆਉਣਾ ਹੈ। ਗੁਰੂ ਕੋਲ ਆਇਆ, ਗੁਰੂ ਕਾ ਸਿੱਖ ਜਿਹੜਾ ਉਹ ਗੁਰੂ ਦੇ ਸ਼ਬਦ ਵਿੱਚ ਆਪਣਾ ਆਪ ਸਵਾਰੇਗਾ। ਸਾਧ ਸੰਗ ਜਨਮ ਮਰਨ ਦੀ ਵਾਰੀ, ਅੰਮ੍ਰਿਤ ਕਥਾ ਸੁਣ ਕਰਨ ਆਧਾਰੀ। ਕਰਨ ਕਹਿੰਦੇ ਕੰਨਾਂ ਨੂੰ, ਕੰਨਾਂ ਨਾਲ ਗੁਰੂ ਦੀ ਸ਼ਬਦ ਦੀ ਕਥਾ ਸੁਣੋ। ਸ਼ਬਦ ਦੀ ਕਥਾ ਸੁਣਨ ਦੇ ਨਾਲ ਮਹਾਰਾਜ ਜੀ ਕਹਿੰਦੇ ਹੈ ਜੀਵਨ ਦੇ ਵਿੱਚੋਂ ਬੁਰਾਈਆਂ ਦਾ ਖਾਤਮਾ ਹੁੰਦਾ ਹੈ, ਚੰਗਿਆਈਆਂ ਹਿਰਦੇ ਵਿੱਚ ਵਸਦੀਆਂ ਨੇ। ਇਸ ਕਰਕੇ ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉਂ ਚੱਲ ਹੈ ਮਾਰਗ ਪੰਥਾ,
ਹਮ ਅੰਧਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚਲਹਿ ਮਿਲਨ ਥਾ। ਇਹ ਵੀ ਬਚਨ ਗੁਰੂ ਪਾਤਸ਼ਾਹ ਜੀ ਨੇ ਕੀਤਾ, ਹਮ ਅੰਧਲੇ ਅੰਧ ਬਿਖੈ ਬਿਖ ਰਾਤੇ ਕਿਉਂ ਚਾਲਹਿ ਗੁਰ ਚਾਲੀ। ਕਿਵੇਂ ਚੱਲਾਂਗੇ? ਸਤਿਗੁਰ ਦਇਆ ਕਰੇ ਸੁਖ ਦਾਤਾ ਹਮ ਲਾਵਹਿ ਆਪਨ ਪਾਲੀ। ਹੁਣ ਅਗਲਾ ਬਚਨ, ਗੁਰਸਿੱਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੈ ਸੋਈ ਭਲ ਮਾਨੋ ਹਰ ਹਰ ਕਥਾ ਨਿਰਾਲੀ। ਜਿਹੜੀ ਗੁਰੂ ਦੀ ਕਥਾ ਹੈ ਉਹੀ ਸਾਨੂੰ ਤੋਰੇਗੀ, ਉਹੀ ਮਨ ਦੇ ਅੰਦਰ ਫੈਸਲਾ ਦ੍ਰਿੜ ਕਰਾਏਗੀ। ਮਹਾਰਾਜ ਜੀ ਕਹਿੰਦੇ ਅੰਮ੍ਰਿਤ ਕਥਾ ਸੁਣ ਕਰਨ ਆਧਾਰੀ। ਕਾਮ ਕ੍ਰੋਧ ਲੋਭ ਮੋਹ ਤਜਾਰੀ ਦ੍ਰਿੜ ਨਾਮ ਦਾਨ ਇਸ਼ਨਾਨ ਸੁਚਾਰੀ। ਤਿਆਗਣਾ ਤਿਆਗਨ ਨੀਕਾ ਕਾਮ ਕ੍ਰੋਧ ਲੋਭ ਤਿਆਗਣਾ। ਇਹ ਬਾਣੀ ਦਾ ਹੁਕਮ ਹੈ। ਜੇ ਤਿਆਗਣਾ ਹੈ ਤੇ ਵਿਕਾਰਾਂ ਨੂੰ ਤਿਆਗੀਏ। ਜੇ ਦ੍ਰਿੜ ਕਰਕੇ ਹਿਰਦੇ 'ਚ ਵਸਾਉਣਾ ਹੈ ਫਿਰ ਚਾਦਨਾ ਚਾਦਨ ਨੀਕਾ, ਆਪਣੇ ਅੰਦਰ ਚਾਨਣਾ ਕਰਨਾ ਹੈ। ਕਿਹੜਾ ਚਾਨਣਾ ਕਰਨਾ ਹੈ? ਗੁਰੂ ਦੇ ਸ਼ਬਦ ਦਾ, ਗੁਰੂ ਦੇ ਗਿਆਨ ਦਾ। ਜਿਹੜੇ ਗੁਰੂ ਦੇ ਗਿਆਨ ਦਾ ਚਾਨਣਾ, ਪੋਥੀ ਪੁਰਾਣ ਕਮਾਈ ਹੈ ਭਹੁਵੱਟੀ ਇਤਨ ਪਾਈ ਹੈ ਸੱਚ ਬੂਝਣ ਆਣ ਜਲਾਈ ਹੈ। ਗੁਰੂ ਦਾ ਸ਼ਬਦ ਮਨ ਨੂੰ ਸਪਰਸ਼ ਹੋਣਾ ਬਹੁਤ ਜ਼ਰੂਰੀ ਹੈ। ਜੇ ਨਹੀਂ ਸਪਰਸ਼ ਹੋਇਆ ਤੇ ਮਨ ਦੀ ਅੰਦਰ ਦੀ ਮੈਲ ਨਹੀਂ ਧੁਲੇਗੀ। ਇਹ ਸ਼ਬਦ ਦਾ ਤੀਰ ਵੱਜੇਗਾ ਤੇ ਕਾਮ ਕ੍ਰੋਧ ਲੋਭ ਮੋਹ ਤਜਾਰੀ ਇਹ ਤਜ ਜਾਣਗੇ, ਖੇਰੂ ਖੇਰੂ ਹੋ ਜਾਣਗੇ। ਦ੍ਰਿੜ ਨਾਮ ਦਾਨ ਇਸ਼ਨਾਨ ਸੁਚਾਰੀ। ਚਾਰ ਆਚਾਰ ਨੂੰ ਕਿਹਾ ਹੋਇਆ। ਸੁਚਾਰ ਦਾ ਮਤਲਬ ਹੈ ਐਥੀਕਲ ਵੇ ਆਫ ਲਾਈਫ। ਇਹ ਨਹੀਂ ਕਿ ਅਸੀਂ ਨਾਮ ਜਪ ਰਹੇ ਹਾਂ ਪਰ ਸਾਡੇ ਅੰਦਰ ਐਥਿਕਸ ਹੀ ਨਹੀਂ ਆਏ, ਮੈਨਰਸ ਹੀ ਨਹੀਂ ਆਈਆਂ, ਸਾਡੀ ਜੈਸਚਰਸ ਉਹ ਵੀ ਸਾਡੇ ਠੀਕ ਨਹੀਂ ਹੈਗੇ। ਸਾਡੇ ਬੋਲਣ ਚਾਲਣ ਦਾ ਸਾਰਾ ਕੁਝ ਜਿਹੜਾ ਤਰੀਕਾ ਹੈ ਉਹ ਜੇ ਸੁਚਾਰੀ ਨਹੀਂ ਹੋਇਆ, ਫਿਰ ਮਹਾਰਾਜ ਕਹਿੰਦੇ ਸੱਚੋ ਔਰੈ ਸਭ ਕੋ ਊਪਰ ਸੱਚ ਆਚਾਰ। ਭਲਿਆ ਤੇਰੇ ਵਿੱਚੋਂ ਗੁਰੂ ਦੀ ਜਿਹੜੀ ਇੱਕ ਤਤ ਰੂਪ ਬਿਰਤੀ ਤਾਂ ਪ੍ਰਗਟ ਹੋਏਗੀ ਜੇ ਤੇਰਾ ਜੀਵਨ ਆਚਾਰ ਗੁਰੂ ਦੇ ਗੁਣਾਂ ਵਾਲਾ ਹੋਏਗਾ। ਅਸੀਂ ਕਹਿੰਦੇ ਹਾਂ ਬੜੇ ਸਿਆਣੇ ਹਾਂ, ਬੜੇ ਪੜ੍ਹ ਲਿਖ ਗਏ ਹਾਂ, ਬੜੀਆਂ ਡਿਗਰੀਆਂ ਕਰ ਗਈਆਂ, ਪਰ ਸੱਚੀ ਗੱਲ ਹੈ ਸਾਡੇ ਵਿੱਚ ਮੈਨਰਸ ਹੀ ਨਾ ਹੋਣ, ਬੋਲਣ ਚਾਲਣ ਦਾ ਢੰਗ ਹੀ ਨਾ ਹੋਏ, ਤੇ ਉਹ ਕਿੱਥੋਂ ਆਏਗਾ? ਉਹ ਸਬਰ ਸੰਤੋਖ ਵਿੱਚੋਂ ਆਏਗਾ, ਉਹ ਗੁਰੂ ਦੇ ਸ਼ਬਦ ਦੀ ਕਮਾਈ ਵਿੱਚੋਂ ਆਏਗਾ। ਇਸ ਕਰਕੇ ਦ੍ਰਿੜ ਕਰੋ ਨਾਮ ਦਾਨ ਇਸ਼ਨਾਨ ਸੁਚਾਰੀ। ਇਹ ਬਾਹਰ ਦਾ ਇਸ਼ਨਾਨ ਨਹੀਂ, ਇਹ ਅੰਦਰ ਦਾ ਵੀ ਇਸ਼ਨਾਨ ਹੈ। ਇਹ ਤੀਰਥ ਨਾ ਬਣ ਜਾਓ, ਤੀਰਥ ਨਾਮ ਹੈ। ਨਾਮ ਨੂੰ ਹਿਰਦੇ 'ਚ ਵਸਾ ਕੇ ਸੁਚਾਰੀ ਸੁਚੱਜੀ ਜੀਵਨ ਆਚਾਰ ਦੀ ਘਾੜਨਾ ਆਪਣੇ ਜੀਵਨ ਦੀ ਕਰੀਏ ਜੀ। ਕਹੋ ਨਾਨਕ ਇਹ ਤਤ ਵਿਚਾਰੀ RAM ਨਾਮ ਜਪ ਪਾਰ ਉਤਾਰੀ। ਕਹੋ ਨਾਨਕ ਇਹ ਤਤ ਵਿਚਾਰੀ। ਇਹ ਤਤ ਵਿਚਾਰ ਕੇ ਦੱਸ ਰਹੇ ਨੇ ਗੁਰੂ ਅਰਜਨ ਸਾਹਿਬ ਜੀ। RAM ਨਾਮ ਜਪ ਪਾਰ ਉਤਾਰੀ। ਪ੍ਰਭੂ ਦਾ ਨਾਮ ਹੀ ਸਾਨੂੰ ਦੁੱਖਾਂ ਤੋਂ ਭਵ ਸਾਗਰ ਤੋਂ ਪਾਰ ਉਤਾਰਨ ਵਾਲਾ ਹੈ ਜੀ। ਸੂਹੀ ਮਹਿਲਾ ਪੰਜਵਾ ਲੋਭ ਮੋਹ ਮਗਨ ਅਪਰਾਧੀ ਕਰਨਹਾਰ ਕੀ ਸੇਵ ਨਾ ਸਾਧੀ। ਅਸੀਂ ਅਪਰਾਧੀ ਹਾਂ, ਅਸੀਂ ਸੱਚੀ ਮੁੱਚੀ ਸੰਦਿਤ ਤੋਹੇ ਸਾਧ ਨਹੀਂ ਕਹੀਓ। ਮਹਾਰਾਜ ਜੀ ਦੀ ਬਾਣੀ ਦਾ ਇਹ ਬਚਨ ਬੜਾ ਕੀਮਤੀ ਹੈ ਕਿ ਅਸੀਂ ਕਿਹੜੇ ਰਸਤੇ 'ਤੇ ਤੁਰੇ ਹਾਂ। ਕਿ ਸੀਲ ਧਰਮ ਜਪ ਭਗਤ ਨਾ ਕੀਨੀ ਹਉ ਅਭਿਮਾਨ ਟੇਢ ਪਗਰੀ। ਟੇਢੇ ਰਸਤੇ ਤੁਰੇ ਹੋਏ ਹਾਂ। ਸੰਦਿਕ ਦਾ ਮਤਲਬ ਹੁੰਦਾ ਕ੍ਰਿਮੀਨਲ, ਸਾਧ ਦਾ ਮਤਲਬ ਹੁੰਦਾ ਸਾਧਿਆ ਹੋਇਆ ਜੀਵਨ। ਗੁਰੂ ਨਾਨਕ ਸਾਹਿਬ ਜੀ ਦੇ ਸ਼ਬਦ ਦੀ ਕਲਾ ਐਸੀ ਸੀ, ਸੱਜਣ ਠੱਗ ਵਰਗੇ ਵੀ ਗੁਰੂ ਕੇ ਬਣ ਗਏ, ਕੌਡੇ ਰਾਖਸ਼ ਵਰਗੇ ਵੀ ਗੁਰੂ ਅੱਗੇ ਸਮਰਪਣ ਕਰ ਗਏ। ਤੇ ਛੋਟੇ ਮੋਟੇ ਚਲੋ ਇਹ ਤੇ ਆਮ ਬੰਦਿਆਂ ਦੀ ਗੱਲ ਕਰੀਏ, ਵਲੀ ਕੰਧਾਰੀ ਬੜਾ ਵੱਡਾ ਫਕੀਰ ਮੰਨਿਆ ਗਿਆ ਸੀ, ਜਿਹਨੇ ਗੁਰੂ ਬਾਬਾ ਜੀ ਦੇ ਉੱਤੇ ਪੱਥਰ ਹੀ ਸੁੱਟ ਦਿੱਤਾ ਸੀ, ਤੇ ਉਹ ਵੀ ਗੁਰੂ ਪਾਤਸ਼ਾਹ ਜੀ ਦੇ ਚਰਨਾਂ 'ਚ ਆ ਕੇ ਡਿੱਗਿਆ, ਤੇ ਉਹਦਾ ਵੀ ਨਾਮ ਸਦਾ ਹੀ ਇਸ ਧਰਤੀ 'ਤੇ ਅਮਰ ਹੋ ਗਿਆ। ਗੁਰੂ ਦਾ ਸ਼ਬਦ ਭੂਮੀਆਂ ਚੋਰ, ਚੋਰ ਸੀ ਨਾ, ਗੁਰੂ ਕੋਲ ਆਇਆ। ਗੁਰੂ ਦੇ ਸ਼ਬਦ ਨੇ ਉਹਦੇ ਅੰਦਰੋਂ ਕਿੰਨੇ ਹੀ ਸੈਂਕੜੇ ਗੁਰੂ ਕੋਲ ਆਏ। ਉਹਨਾਂ ਦਾ ਲੋਭ ਮੋਹ ਮਗਨ ਅਪਰਾਧੀ, ਉਹ ਅਪਰਾਧ ਵਿੱਚ ਮਗਨ ਸਨ। ਕਰਨਹਾਰ ਕੀ ਸੇਵ ਨਾ ਸਾਧੀ। ਗੁਰੂ ਨੂੰ ਮਿਲਣ ਤੋਂ ਬਿਨਾਂ ਕਰਨਹਾਰ ਵਾਹਿਗੁਰੂ ਦੀ ਸੇਵਾ ਨਹੀਂ ਸਾਧੀ। ਤੇ ਸਾਡਾ ਹਾਲ ਕੀ ਹੋਇਆ?
ਪਤਿਤ ਨੂੰ ਪਾਵਨ ਕਰਨ ਵਾਲਾ ਨਾਮ ਧਿਆਇਆ ਨਹੀਂ। ਜੇ ਨਾਮ ਜਪਿਆ ਨਹੀਂ ਤੇ ਫਿਰ ਜੀਵਨ ਮੈਲੇ ਦਾ ਮੈਲਾ ਹੀ ਰਿਹਾ ਜੀ। ਪਤਿਤ ਪਾਵਨ ਪ੍ਰਭ ਨਾਮ ਤੁਮਾਰੇ, ਰਾਖ ਲੇਹੁ ਮੋਹਿ ਨਿਰਗੁਣਿਆਰੇ। ਰਹਾਉ। ਗੁਰੂ ਅਰਜੁਨ ਸਾਹਿਬ ਜੀ ਦਾ ਬਚਨ ਹੈ, ਪਤਿਤ ਉਦਾਹਰਣ ਸਤਿਗੁਰ ਮੇਰਾ, ਮੋਹਿ ਤਿਸ ਕਾ ਪਰਵਾਸਾ। ਬਖਸ਼ ਲਏ ਸਭ ਸੱਚੇ ਸਾਹਿਬ, ਸੁਣ ਨਾਨਕ ਕੀ ਅਰਦਾਸ। ਕਿ ਸਾਡੀ ਇੱਕ ਅਰਦਾਸ ਕਰਨ ਨਾਲ ਕਈਆਂ ਦਾ ਪਾਰ ਉਤਾਰਾ ਹੁੰਦਾ ਹੈ। ਅਸੀਂ ਇਹ ਸੋਚਦੇ ਹਾਂ ਕਿ ਭੋਜਨ ਆਪਣਾ ਆਪਣਾ ਖਾਧਾ ਹੋਏ ਤੇ ਆਪਣਾ ਆਪਣਾ ਭੋਜਨ ਆਪਣੇ ਆਪਣੇ ਢਿੱਡ ਦੀ ਪੂਰਤੀ ਕਰਦਾ ਹੈ। ਤੇ ਮੈਂ ਵੀ ਕਈ ਵਾਰੀ ਸਟੇਜ ਤੋਂ ਇਹ ਆਖਿਆ ਕਿ ਬਈ ਨਾਮ ਜਪਣਾ ਆਪਣਾ ਆਪਣਾ ਲਾਹੇਵੰਦ ਹੈ। ਪਰ ਇਹ ਜਿਹੜਾ ਬਚਨ ਹੈ ਨਾ ਕਿ ਬਖਸ਼ ਲਏ ਸਭ ਸੱਚੇ ਸਾਹਿਬ, ਜੇ ਬੰਦਗੀ ਕਰਨ ਵਾਲਾ ਆਪ ਕਿਸੇ ਦੀ ਅਰਦਾਸ ਵੀ ਕਰਦੇ, ਕਿਸੇ ਦਾ ਚੇਤਾ ਕਰਕੇ ਵੀ ਬੰਦਗੀ ਕਰੇ, ਤੇ ਜਿਹੜਾ ਬੰਦਗੀ ਨਹੀਂ ਕਰਦਾ ਤੇ ਉਹਦਾ ਵੀ ਪਾਰ ਉਤਾਰਾ ਹੁੰਦਾ ਹੈ। ਇਹ ਬੰਦਗੀ ਕਰਨ ਦੀ ਸਭ ਤੋਂ ਵੱਡੀ ਤਾਕਤ ਹੈ। ਜੇ ਇੱਥੇ ਪਤਿਤ ਅਸੀਂ ਹਾਂ ਤੇ ਗੁਰੂ ਅਰਜੁਨ ਸਾਹਿਬ ਕਹਿੰਦੇ ਬਖਸ਼ ਲਏ ਸਭ ਸੱਚੇ ਸਾਹਿਬ, ਕਿ ਸੱਚਾ ਸਾਹਿਬ ਕਿਹਨਾਂ ਨੂੰ ਬਖਸ਼ ਲੈਂਦਾ ਹੈ? ਕਈਆਂ ਨੂੰ ਬਖਸ਼ ਲੈਂਦਾ ਹੈ। ਤੇ ਜਿਹਦੇ ਹੁਣ ਨਾਮ ਜਪਣ ਦੀ ਇਹੀ ਤੇ ਪ੍ਰੀਤ ਹੈ। ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖੀ, ਜੋ ਆਪ ਜਪੈ ਅਬਰਹ ਨਾਮ ਜਪਾਵੈ। ਹੁਣ ਜਪਾਉਣ ਨਾਲ, ਹਾਂ ਨਾਮ ਜਪੀਏ, ਨਾਮ ਜਪਣ ਨਾਲ ਕਈਆਂ ਦਾ ਪਾਰ ਉਤਾਰਾ ਹੋ ਜਾਂਦਾ ਹੈ। ਜਿਹੜੇ ਨਹੀਂ ਵੀ ਜਪਦੇ ਉਹਨਾਂ ਦੇ ਉੱਤੇ ਵੀ ਅਸਰ ਹੁੰਦਾ ਹੈ। ਇਹ ਕਿਰਪਾ ਹੈ ਪਤਿਤ ਪਾਵਨ ਪ੍ਰਭ ਨਾਮ ਤੁਮਾਰੇ। ਪਾਪੀਆਂ ਨੂੰ, ਪਤਿਤ ਨੂੰ ਪਾਵਨ ਕਰਨ ਵਾਲਾ ਨਾਮ ਹੈ। ਰਾਖ ਲਿਓ ਮੋਹਿ ਨਿਰਗੁਣ ਯਾਰੇ। ਅਸੀਂ ਅਵਗੁਣਾ ਦੇ, ਅਸੀਂ ਨਿਰਗੁਣ ਹਾਂ, ਕੋਈ ਗੁਣ ਨਹੀਂ, ਤੁਸੀਂ ਬਖਸ਼ ਲਓ ਜੀ। ਰਹਾਓ। ਤੂੰ ਦਾਤਾ ਪ੍ਰਭ ਅੰਤਰ ਜਾਮੀ, ਕਾਚੀ ਦੇਹ ਮਾਨੁਖ ਅਭਿਮਾਨੀ। ਤੂੰ ਦਾਤਾ ਪ੍ਰਭ ਅੰਤਰ ਜਾਮੀ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ। ਦਾਨ ਵੀ ਦਿੰਦੇ ਹੋ, ਮਤ ਵੀ ਦਿੰਦੇ ਹੋ। ਇਹ ਨਹੀਂ ਕਿ ਇਕੱਲੀ ਦਾਨ ਦੀ ਦਾਤ ਦੇਤੀ, ਦਾਨ ਦੇਤਾ। ਦੁਨੀਆ ਦਾ ਹਾਲ ਮਾੜਾ ਕਿਉਂ ਹੈ? ਦਾਤਾਂ ਬਹੁਤ ਹੈਗੀਆਂ, ਮਤ ਨਹੀਂ ਹੈਗੀ। ਵਰਤਣ ਦੀ ਮਤ ਵੀ ਤੇ ਚਾਹੀਦੀ ਨਾ। 4 ਟਕੇ ਸਾਡੇ ਕੋਲ ਵੱਧ ਆ ਜਾਣ, ਸਾਡੀ ਮਤ ਪਿੱਠੀ ਜਾਂਦੀ ਹੈ, ਪਿੱਟ ਜਾਂਦੀ ਹੈ ਮਤ। ਸਾਡੀ ਮਤ, ਸਿਆਣੇ ਕਹਿੰਦੇ ਕਿੱਥੇ ਗਿੱਟਿਆਂ ਤੇ ਚਲੀ ਗਈ, ਤੈਨੂੰ ਇਹ ਨਹੀਂ ਪਤਾ ਕਰਨਾ ਕੀ ਹੈ। ਸਿਆਣੇ ਅਸੀਂ ਆਪਣੇ ਆਪ ਨੂੰ ਬਣਨ ਦਾ 100 ਵਾਰੀ ਯਤਨ ਕਰੀਏ, ਪਰ ਗੁਰ ਕੀ ਮਤ ਜਿਹੜੀ ਹੈ ਨਾ, ਉਹੀ ਸਾਨੂੰ ਸਿਆਣਾ ਕਰੇਗੀ। ਸਾਡੀ ਮਤ ਤੇ ਸਾਨੂੰ ਡੋਬੇਗੀ। ਇਹਨੂੰ ਹੀ ਮਹਾਰਾਜ ਜੀ ਕਹਿੰਦੇ ਕਿ ਇਹ ਜਿਹੜੀ ਤੂੰ ਦਾਤਾ ਪ੍ਰਭ ਅੰਤਰਜਾਮੀ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭੇਖਾਰੀ ਜੀਓ। ਅਸੀਂ ਮੰਗਣ ਆਇਆ ਦਾਨ ਵੀ, ਤੇ ਉਸ ਦਾਤ ਨੂੰ ਵਰਤਣ ਦੀ ਮਤ ਵੀ। ਸਾਡੇ ਅੰਦਰ ਮਤ ਵੀ ਦ੍ਰਿੜ ਹੋਏ। ਸੱਚੇ ਪਾਤਸ਼ਾਹ ਕਾਚੀ ਦੇਹ ਮਾਨੁਖ ਅਭਿਮਾਨੀ, ਦੇਹ ਕੱਚੀ ਲੈ ਕੇ ਅਸੀਂ ਇੰਨਾ ਅਭਿਮਾਨ ਕਰਦੇ ਹਾਂ ਜਿਵੇਂ ਸਾਨੂੰ ਕੁਝ ਹੋਣਾ ਹੀ ਨਹੀਂ, ਅਸੀਂ ਇੱਥੇ ਸਦਾ ਹੀ ਰਹਿਣਾ ਹੈ। ਹੁਣ ਇਹ ਕਾਚੀ ਦੇਹ ਹੈ। ਮਹਾਰਾਜ ਜੀ ਕਹਿੰਦੇ ਕਾਚੀ ਦੇਹ ਨੂੰ ਤੂੰ ਕਿੰਨਾ ਕੁ ਚਿਰ ਤੱਕ ਲੈ ਕੇ ਤੂੰ ਅਭਿਮਾਨ ਕਰ ਲੇਗਾ। ਕਾਚੀ ਦੇਹ ਸੰਚਹਿ ਮੂਰਖ ਗਾਵਾਰ, ਇਹ ਮਹਾਰਾਜ ਜੀ ਨੇ ਆਖਿਆ। ਇਹਨੂੰ ਸੰਚੀ ਜਾ ਰਹੇ ਹਾਂ, ਤਿਆਰੀ ਕਰੀ ਜਾ ਰਹੇ ਹਾਂ, ਸਵਾਰੀ ਜਾ ਰਹੇ ਹਾਂ। ਕਿੰਨਾ ਕੁ ਸਵਾਰ ਲਾਂਗੇ? ਮਿੱਟੀ ਦੀ ਕੰਧ, ਬਾਲੂ ਦੀ ਕੰਧ ਕਿੰਨਾ ਚਿਰ ਤੱਕ ਅਡੋਲ ਰਹੇਗੀ? ਮਹਾਰਾਜ ਜੀ ਇਸ ਅਭਿਮਾਨ ਤੋਂ ਸਾਨੂੰ ਨਿਹਫਲ ਗਿਆਨ ਦੇ ਵਿੱਚੋਂ ਕੱਢ ਕੇ ਫਲ ਵਾਲਾ ਗਿਆਨ ਦਿਓ, ਤਾਂ ਕਿ ਸਾਨੂੰ ਇਹ ਅਹਿਸਾਸ ਹੋਏ ਕਿ ਇਹ ਸਮਾਂ ਬੜਾ ਥੋੜ੍ਹਾ ਹੈ, ਕਿ ਔਦ ਘਟੈ ਦਿਨਸ ਰਹਿਣਾਰੇ ਮਨ, ਗੁਰ ਮਿਲ ਕਾਜ ਸਵਾਰੇ। ਗੁਰੂ ਨੂੰ ਮਿਲ ਕੇ ਜੀਵਨ ਕਾਜ ਸਬਰੇ ਜੀ। ਸਵਾਦ ਬਾਦ ਈਰਖ ਮਦ ਮਾਇਆ, ਇਨ ਸੰਗ ਲਾਗ ਰਤਨ ਜਨਮ ਗਵਾਇਆ। ਸਵਾਦ ਬਾਦ ਈਰਖ ਮਦ ਮਾਇਆ। ਸਵਾਦ ਦੇ ਵਿੱਚ ਬਾਦ ਵਿਵਾਦ, ਬਾਦ ਦਾ ਮਤਲਬ ਵਾਦ ਵਿਵਾਦ, ਝਗੜਿਆਂ ਦੇ ਵਿੱਚ ਬਰਦਾਸ਼ਤ ਵਾਲੇ ਗੁਣ ਹੀ ਨਹੀਂ ਸਾਡੇ ਵਿੱਚ। ਅੱਜ ਕੱਲ੍ਹ ਤੇ ਨੌਜਵਾਨ ਪੀੜ੍ਹੀ ਦੇ ਵਿੱਚ ਇੱਕ ਵੀ ਗੱਲ ਕਰਨ ਦਾ ਕੋਈ ਸਬਰ ਨਹੀਂ ਹੈ। ਕੋਈ ਗੱਲ ਕਰਤੀ ਤੇ ਠਾ ਕਰਕੇ ਅੱਗੋਂ ਗੱਲ ਕਰਨੀ ਹੈ। ਹੁਣ ਬਾਦ ਵਿਵਾਦ ਰਚਾਉਣ ਦੇ ਵਿੱਚ ਅਸੀਂ ਸ਼ੇਰ ਬਣੇ ਪਏ ਹਾਂ। ਹੁਣ ਇਸ ਕਰਕੇ ਤੇ ਮਹਾਰਾਜ ਜੀ ਨੇ ਕਿਹਾ ਕਿ ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਅਸੀਂ ਮੰਦੇ ਕੰਮਾਂ ਨੂੰ ਅਸੀਂ ਸ਼ੇਰ ਹਾਂ, ਅਤੇ ਚੰਗੇ ਕੰਮ ਦੇ ਵਾਸਤੇ ਸਾਨੂੰ ਆਲਸ। ਤਾਂ ਸਾਡੇ ਤੋਂ ਪ੍ਰਭੂ ਦਾ ਨਾਮ ਨਹੀਂ ਜਪਿਆ ਜਾਂਦਾ। ਗੁਟਕਾ ਚੱਕ ਕੇ ਜਪਜੀ ਸਾਹਿਬ, ਸੁਖਮਨੀ ਸਾਹਿਬ ਨਹੀਂ ਕੀਤਾ ਜਾਂਦਾ।
ਝਗੜੇ ਬਾਦ ਵਿਵਾਦ ਜਿੰਨੇ ਮਰਜ਼ੀ ਕਰਾ ਲਓ, ਬੁਲਵਾ ਜਿੰਨਾ ਮਰਜ਼ੀ ਲਓ, ਬਹਿਸ ਜਿੰਨੀ ਮਰਜ਼ੀਆਂ ਕਰਾ ਲਓ ਮਹਾਰਾਜ ਤੋਂ। ਮਹਾਰਾਜ ਕਹਿੰਦੇ ਇਹ ਹੈ ਸਾਡੇ ਅੰਦਰ ਸਵਾਦ, ਦੁਨੀਆ ਦੇ ਸਾਰੇ ਚਟਕੋਰੇ ਨਿੰਦਾ ਚਿੰਦਾ ਦੇ ਸਵਾਦ, ਬਾਦ ਈਰਖਾ ਦੇ ਵਿੱਚ ਜਿੰਨੀ ਮਰਜ਼ੀ ਝਗੜੇ, ਦਲੀਲਾਂ ਦਾ ਕੋਈ ਅੰਤ ਨਹੀਂ। ਈਰਖ ਕਹਿੰਦੇ ਈਰਖਾ, ਜੈਲਸੀ, ਮਦ ਮਾਇਆ, ਮਾਇਆ ਦੇ ਨਸ਼ੇ ਦੇ ਵਿੱਚ ਗਲਤਾਨ, ਇਨ ਸੰਗ ਲਾਗ ਰਤਨ ਜਨਮ ਗਵਾਇਆ। ਇਹਨਾਂ ਵਿਕਾਰਾਂ ਤੋਂ ਹੀ ਇਹ ਹੀਰੇ ਜੈਸਾ ਜਨਮ ਮਿਲਿਆ ਸੀ ਨਾ, ਜਿਹਨੂੰ ਕਿਹਾ ਰਹਿਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ। ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ, ਇਹ ਰਤਨ ਜਨਮ ਗਵਾ ਬੈਠੇ ਹਾਂ ਜੀ। ਦੁਖ ਭੰਜਨ ਜਗ ਜੀਵਨ ਹਰ ਰਾਇਆ, ਸਗਲ ਤਿਆਗ ਨਾਨਕ ਸ਼ਰਣਾਇਆ। ਦੁਖ ਭੰਜਨ ਤੇਰਾ ਨਾਮ ਜੀ, ਦੁਖ ਭੰਜਨ ਤੇਰਾ ਨਾਮ। ਧੰਨ ਗੁਰੂ ਅਰਜਨ ਸਾਹਿਬ ਜੀ। 8 ਪਹਿਰ ਆਰਾਧੀਐ ਪੂਰਨ ਸਤਿਗੁਰ ਗਿਆਨ। 8 ਪਹਿਰ ਉਹਨੂੰ ਧਿਆਉਣਾ ਹੈ ਗਿਆਨ ਦੀ ਪ੍ਰਾਪਤੀ ਦੇ ਲਈ। ਜਿਤ ਘਟ ਵਸੈ ਪਾਰ ਬ੍ਰਹਮ, ਸੋਈ ਸੁਹਾਵਾ ਥਾਂ। ਹੁਣ ਜਿਹਦੇ ਹਿਰਦੇ 'ਚ ਈਰਖ ਬਾਦ ਤੇ ਅੰਦਰ ਦੇ ਸਵਾਦ ਤੇ ਮਦ ਮਾਇਆ, ਉਹਦੇ ਅੰਦਰ ਰੱਬ ਕਿੱਥੇ ਹੋਏਗਾ? ਪਰ ਜਿਹਦੇ ਅੰਦਰ ਘਟ ਪਾਰ ਬ੍ਰਹਮ ਵਸ ਗਿਆ, ਉਹਦੇ ਅੰਦਰ ਇਹ ਵਿਕਾਰ ਨਹੀਂ ਹੋਣਗੇ। ਇੱਕੋ ਇੱਕ ਚੀਜ਼ ਹੋਏਗੀ, ਹਉਮੈ ਨਾਵੈ ਨਾਲ ਵਿਰੋਧ ਹੈ, ਦੋਇ ਨਾ ਬਸੈ ਇੱਕ ਥਾਂਏ। ਇਹ ਫੈਸਲਾ ਅਸੀਂ ਕਰਨਾ ਕਿ ਸਾਡੇ ਹਿਰਦੇ ਘਰ ਵਿੱਚ ਕੀ ਰਹੇਗਾ। ਜੇ ਬਾਦ ਵਿਵਾਦ ਰਹੇਗਾ ਤੇ ਫਿਰ ਝਗੜੇ, ਕਲੇਸ਼, ਦੁੱਖ ਰਹਿਣਗੇ। ਜੇ ਪ੍ਰਭੂ ਦਾ ਨਾਮ ਰਹੇਗਾ ਫਿਰ ਉਹ ਦੁੱਖਾਂ ਨੂੰ ਖਤਮ ਕਰ ਦੇਗਾ। ਨ ਸਮਈਓ ਕਿਲ ਵਿਖੋ ਕਰਤਾ ਘਰ ਆਇਆ। ਦੁੱਖ ਭੰਜਨ ਜਗ ਜੀਵਨ ਹਰ ਰਾਇਆ। ਰਾਇਆ ਕਹਿੰਦੇ ਰਾਜਾ, ਪਾਤਸ਼ਾਹ। ਪ੍ਰਭੂ ਦਾ ਨਾਮ ਹਿਰਦੇ ਵਿੱਚ ਵਸਿਆ। ਸਗਲ ਤਿਆਗ ਨਾਨਕ ਸ਼ਰਣਾਇਆ। ਮੈਂ ਸਭ ਕੁਝ ਛੋੜ ਕੇ, ਮੈਂ ਸਭ ਕੁਝ ਛੋੜ ਪ੍ਰਭ ਤੂੰ ਹੀ ਧਿਆਇਆ। ਗੁਰੂ ਗੋਬਿੰਦ ਸਿੰਘ ਸਾਹਿਬ ਦਾ ਬਚਨ, ਸਗਲ ਦੁਆਰ ਕੋ ਛਾੜ ਕੇ ਗਏ ਹੋ ਤੁਹਾਰੋ ਦੁਆਰ, ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਮੈਂ ਤੁਹਾਡੀ ਸ਼ਰਨ ਵਿੱਚ ਆਇਆ, ਕਿਰਪਾ ਕਰੋ ਜੀ। ਸੂਹੀ ਮਹਿਲਾ ਪੰਜਵਾ, ਪੇਖਤ ਚਾਖਤ ਕਹੀਅਤ ਅੰਧਾ, ਸੁਨੀਅਤ ਸੁਨੀਐ ਨਾਹੀ, ਨਿਕਟ ਵਸਤ ਕਉ ਜਾਣੈ ਦੂਰੇ, ਪਾਪੀ ਪਾਪ ਕਮਾਹੀ। ਹੁਣ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਇੰਨਾ ਨੇੜੇ ਹੈ, ਵੇਖਦਾ ਹੈ, ਸਾਨੂੰ ਸੁਣਦਾ ਹੈ, ਸਾਨੂੰ ਜਾਣਦਾ ਹੈ, ਪਰ ਅਸੀਂ ਅੰਨੇ ਨਾ ਉਹਨੂੰ ਵੇਖ ਸਕਦੇ ਹਾਂ, ਨਾ ਉਹਦਾ ਅਸੀਂ ਆਨੰਦ ਲਿਆ, ਨਾ ਉਹਨੂੰ ਅਸੀਂ ਮਾਣ ਸਕੇ। ਪੇਖਤ ਚਾਖਤ ਕਹੀਅਤ ਅੰਧਾ, ਸੁਨੀਅਤ ਸੁਨੀਐ ਨਾਹੀ। ਨਾ ਸਾਨੂੰ ਰੱਬ ਦਾ ਨਾਮ ਸੁਣਦਾ ਹੈ, ਨਾ ਉਹਦੀ ਹੋਂਦ ਨੂੰ ਅਸੀਂ ਮਹਿਸੂਸ ਕਰ ਸਕੇ ਹਾਂ। ਨਿਕਟ ਵਸਤ ਕਉ ਜਾਣੈ ਦੂਰੇ। ਜਿਹੜਾ ਨੇੜੇ ਵਸਦਾ ਵਾਹਿਗੁਰੂ, ਉਹਨੂੰ ਅਸੀਂ ਦੂਰ ਜਾਣੀ ਬੈਠੇ ਹਾਂ, ਉਹਨੂੰ ਅਸੀਂ ਸਮਝੀ ਬੈਠੇ ਹਾਂ ਹੀ ਨਹੀਂ। ਪਾਪੀ ਪਾਪ ਕਮਾਹੀ। ਪਾਪ ਕਰਨ ਵਾਸਤੇ ਅਸੀਂ ਬੜੇ, ਮਹਾਰਾਜ ਜੀ ਕਹਿੰਦੇ, ਉਦਮੀ ਹਾਂ। ਪਰ ਰੱਬ ਦਾ ਡਰ ਸਾਡੇ ਹਿਰਦੇ 'ਚ ਇਸ ਲਈ ਨਹੀਂ ਹੈ ਕਿਉਂਕਿ ਅਸੀਂ ਦੂਰ ਸਮਝੀ ਬੈਠੇ ਹਾਂ। ਪਰ ਹੈ ਹਦੂਰ ਕਤ ਦੂਰ ਬਤਾਵੋਂ, ਧੁੰਦਰ ਬਾਂਧੋ ਸੁੰਦਰ ਪਾਵੋਂ। ਤੇ ਨੇੜੇ ਤੋਂ ਨੇੜੇ ਹੈ ਜੀ। ਸੋ ਕਿਛ ਕਰ ਜਿਤ ਛੁਟਹਿ ਪ੍ਰਾਨੀ, ਹਰ ਹਰ ਨਾਮ ਜਪ ਅੰਮ੍ਰਿਤ ਬਾਣੀ ਰਹਾਉ। ਰਹਾਉ ਦੀ ਤੁਕਾਂ ਦੇ ਵਿੱਚ ਬੜਾ ਸੋਹਣਾ ਸਤਿਗੁਰ ਜੀ ਨੇ ਬਖਸ਼ਿਸ਼ ਕੀਤੀ ਹੈ ਕਿ ਸੋ ਕਿਛ ਕਰ ਜਿਤ ਛੁਟੈ ਪ੍ਰਾਨੀ, ਜਿਹਦੇ ਵਿੱਚੋਂ ਸਾਨੂੰ ਕੁਝ ਜੀਵਨ ਦਾ ਆਨੰਦ ਸੁੱਖ ਨਹੀਂ ਪ੍ਰਾਪਤ ਹੋਣਾ ਨਾ, ਉਹਨਾਂ ਵਿਕਾਰਾਂ ਨੂੰ ਛੋੜਨਾ ਸ਼ੁਰੂ ਕਰ ਦੇ ਮੇਰੇ ਭਰਾਵਾ। ਇਸ ਗੱਲ ਨੂੰ ਗੁਰੂ ਸਾਹਿਬ ਕਹਿੰਦੇ, ਸਰੰਜਾਮ ਲਾਗ ਭਵਜਲ ਤਰਨ ਕੈ। ਉਹ ਕੰਮ ਕਰ, ਉਹ ਯਤਨ ਕਰ ਜਿਸ ਯਤਨ ਦੇ ਨਾਲ, ਸਰੰਜਾਮ ਦਾ ਮਤਲਬ ਹੈ ਉਦਮ, ਯਤਨ। ਉਹ ਕਰ ਜਿਹਦੇ ਰਾਹੀਂ ਤੇਰਾ ਭਵ ਸਾਗਰ ਦੇ ਵਿਕਾਰਾਂ ਤੋਂ ਖਹਿੜਾ ਛੁੱਟ ਜਾਏ। ਸਰੰਜਾਮ ਲਾਗ ਭਵਜਲ ਤਰਨ ਕੈ, ਜਨਮ ਬਿਰਥਾ ਜਾਤ ਰੰਗ ਮਾਇਆ ਕੇ। ਨਹੀਂ ਤੇ ਇਹ ਜਨਮ ਤੇਰਾ ਬਿਰਥਾ ਜਾ ਰਿਹਾ, ਇਹ ਖਤਮ ਹੋ ਰਿਹਾ। ਸੋ ਕਿਛ ਕਰ ਜਿਤ ਛੁਟੈ ਪ੍ਰਾਣੀ, ਹਰ ਹਰ ਨਾਮ ਜਪ ਅੰਮ੍ਰਿਤ ਬਾਣੀ। ਇਹ ਗੁਰੂ ਦੀ ਦਿੱਤੀ ਹੋਈ ਬਾਣੀ, ਇਹ ਨਾਮ ਹੈ, ਇਹਨੂੰ ਸਦਾ ਕਿਉਂ ਨਹੀਂ ਜਪਦਾ? ਕਿਉਂ ਗੁਰੂ ਦੇ ਸ਼ਬਦ ਤੋਂ ਦੂਰ ਹੈ? ਦੁਨੀਆ ਦੀ ਬਾਤਾਂ ਤੈਨੂੰ ਸਾਰੀਆਂ ਚੇਤੇ ਨੇ, ਪਰ ਕੋਈ ਸਿੱਖ ਪੁੱਛ ਲੇ ਵੀ 10 ਸ਼ਬਦ ਸੁਣਾ ਦਿਓ ਮੈਨੂੰ ਗੁਰੂ ਗ੍ਰੰਥ ਸਾਹਿਬ ਵਿੱਚੋਂ। ਸੱਚ ਇਹ ਹੈ, ਸਾਡੀ ਸ਼ਰਮਿੰਦਗੀ ਹੋਏਗੀ
ਕਿ ਏਡੇ ਵੱਡੇ ਖਜ਼ਾਨੇ ਵਿੱਚੋਂ ਸਾਨੂੰ 10 ਸ਼ਬਦ ਵੀ ਨਹੀਂ ਕੰਠ ਹੋਣਗੇ। ਮੈਨੂੰ ਖਿਮਾ ਬਖਸ਼ਿਓ, ਮੈਂ ਆਪਣੇ ਆਪ ਨੂੰ ਵੀ ਕਹਿ ਰਿਹਾ ਕਿ ਸਾਡਾ ਹਾਲ ਇਹ ਹੈ ਕਿ ਸਾਨੂੰ ਬਾਣੀ ਨਾਲ ਮੋਹ ਨਹੀਂ ਰਿਹਾ, ਪ੍ਰੇਮ ਨਹੀਂ ਰਿਹਾ, ਬਾਣੀ ਦੀ ਖਿੱਚ ਨਹੀਂ ਰਹੀ। ਨਹੀਂ ਤੇ ਗੁਰੂ ਕਾ ਸਿੱਖ ਇੱਕ ਸ਼ਬਦ ਇੱਕ ਹਫ਼ਤੇ 'ਚ ਤੇ ਯਾਦ ਕਰੇ ਨਾ ਭਾਈ, ਲਿਖ ਲਿਖ ਕੇ ਯਾਦ ਕਰੇ, ਭਾਵੇਂ ਉਹਨੂੰ ਆਪਣੇ ਯਤਨ ਚਿੰਤਨ ਵਿੱਚ ਵਸਾਏ। ਹੁਣ ਇੱਕੋ ਇੱਕ ਬਚਨ ਅਸੀਂ ਸੁਖਮਨੀ ਸਾਹਿਬ ਦਾ ਵੀ ਵਿਚਾਰਿਆ ਸੀ। ਮਹਾਰਾਜ ਜੀ ਕਹਿੰਦੇ ਨਿਰਗੁਣ ਯਾਰ ਇਆਨਿਆ ਸੋ ਪ੍ਰਭ ਸਦਾ ਸੰਭਾਲ, ਜਿਨ ਕੀਆ ਤਿਸ ਚੀਤ ਰੱਖ। ਪਰ ਚਿੱਤ ਵਿੱਚ ਤੇ ਰੱਖਿਆ ਹੀ ਨਹੀਂ। ਜੇ ਗੁਰੂ ਦਾ ਸ਼ਬਦ, ਗੁਰੂ ਦਾ ਪ੍ਰੇਮ ਚਿੱਤ ਵਿੱਚ ਹੋਏਗਾ ਤੇ ਬਾਣੀ ਵੀ ਯਾਦ ਕਰਾਂਗੇ। ਜਿਸ ਚਿੱਤ ਵਿੱਚ ਪ੍ਰੇਮ ਹੀ ਨਹੀਂ ਹੈ, ਚਿੱਤ ਵਿੱਚ ਸਾਰਾ ਸੰਸਾਰ ਹੈ, ਫਿਰ ਸਾਰੇ ਸੰਸਾਰ ਦਾ ਚਿੱਤ ਹੈ। ਜਿਸ ਵਾਹਿਗੁਰੂ ਨੇ ਸਭ ਕੁਝ ਕੀਤਾ ਉਹਦਾ ਚੇਤਾ ਬਾਣੀ ਨਾਲ ਰੱਖ ਤੂੰ। ਇਹ ਬਾਣੀ ਸਭ ਤੋਂ ਸੌਖਾ ਤਰੀਕਾ ਹੈ ਵਾਹਿਗੁਰੂ ਦੇ ਸ਼ੁਕਰਾਨੇ ਦਾ, ਉਹਦੇ ਧੰਨਵਾਦ ਕਰਨ ਦਾ। ਹੋਰ ਅਸੀਂ ਭਾਵੇਂ ਧੰਨਵਾਦ ਨਾ ਵੀ ਕਰ ਸਕੀਏ ਨਾ, ਗੁਰੂ ਕੇ ਸਿੱਖੋ ਬਾਣੀ ਪੜ੍ਹ ਲੈਂਦੇ ਹੋ ਨਾ ਤੁਸੀਂ, ਬਾਣੀ ਦੇ ਵਿੱਚ ਕਰੋੜਾਂ ਵਾਰੀ ਧੰਨਵਾਦ ਕਰ ਦਿੰਦੇ ਹੋ ਤੁਸੀਂ। ਬਿਲਕੁਲ ਅਚਨਚੇਤ ਹੀ, ਸਾਨੂੰ ਪਤਾ ਨਹੀਂ ਹੁੰਦਾ ਪਾਠ ਕਰ ਰਹੇ ਹਾਂ, ਪਰ ਪਾਠ ਵਿੱਚ ਕਿੰਨੇ ਕਿੰਨੇ ਸ਼ੁਕਰਾਨੇ ਨੇ ਬਾਣੀ ਦੇ, ਗੁਰੂ ਦੇ, ਵਾਹਿਗੁਰੂ ਦੇ। ਇਹ ਕੰਮ ਕਰ। ਮਹਾਰਾਜ ਕਹਿੰਦੇ ਹਰ ਨਾਮ ਜਪ, ਹਰ ਹਰ ਨਾਮ ਜਪ, ਅੰਮ੍ਰਿਤ ਬਾਣੀ, ਪ੍ਰਭੂ ਦੀ ਬਾਣੀ ਜਪੇਗਾ ਤੂੰ ਆਪੇ ਵਿਕਾਰਾਂ ਤੋਂ ਛੁਟੇਗਾ। ਰਹਾਉ ਘੋਰ ਮਹਿਲ ਸਦਾ ਰੰਗ ਰਾਤਾ, ਸੰਗ ਤੁਮਾਰੇ ਕਛੂ ਨਾ ਜਾਤਾ। ਤੂੰ ਸਦਾ ਹੀ, ਘੋਰ ਦਾ ਮਤਲਬ ਹੈ ਘੋੜੇ, ਸਦਾ ਹੀ ਤੂੰ ਮਹਿਲ ਘਰ ਆਪਣੀਆਂ ਸਵਾਰੀਆਂ ਤੇ ਆਪਣੇ ਘਰਾਂ ਦੇ ਸਾਰੇ ਖਿਆਲਾਂ ਨੂੰ ਮਨ ਵਿੱਚ ਫਸਾਈ ਬੈਠਾ। ਬਸ ਤੇਰੇ ਮਨ 'ਚ ਕੋਈ ਦੂਜਾ ਖਿਆਲ ਹੀ ਨਹੀਂ ਹੈ। ਮਹਾਰਾਜ ਕਹਿੰਦੇ ਇਹ ਕੱਲੀ 500 ਸਾਲ ਪੁਰਾਣੀਆਂ ਬਾਤਾਂ ਨਹੀਂ। ਅੱਜ ਵੀ ਬੰਦਾ ਆਪਣੀ ਸਵਾਰੀ ਤੇ ਸਵਾਰ ਹੁੰਦਾ ਹੈ, ਸ਼ੁਕਰਾਨਾ ਘੱਟ ਕਰਦਾ, ਦੂਜੇ ਦੀ ਸਵਾਰੀ ਦੇਖ ਕੇ ਕਹਿੰਦਾ ਇਹ ਵੀ ਮੇਰੇ ਕੋਲ ਹੋਏ, ਇਹ ਵੀ ਮੈਂ ਲੈ, ਤੂੰ ਮੁਬਾਰਕ ਹੈ ਤੈਨੂੰ। ਪਰ ਕੱਲਾ ਥੋੜ੍ਹੀ ਸਾਰਾ ਦਿਨ ਘੋੜੇ ਤੇ ਮਹਿਲਾਂ ਦੇ ਹੀ ਖਿਆਲ ਰਹਿਣ, ਘਰਾਂ ਦੇ ਹੀ ਖਿਆਲ ਰਹਿਣ। ਗੁਰੂ ਦਾ ਸ਼ਬਦ ਵੀ ਜਪ ਲੈ ਭਾਈ, ਜਿੰਨੇ ਮਰਜ਼ੀ ਮਹਿਲ ਵੱਡੇ ਹੋ ਜਾਣ, ਮਲਕਲ ਮੌਤ ਜਾਂ ਆਵਸੀ ਸਭ ਦਰਵਾਜ਼ੇ ਭੰਨ। ਘੋਰ ਮਹਿਲ ਸਭ ਕੁਝ ਹੋਣਾ ਚਾਹੀਦਾ ਮਹਾਰਾਜ ਕਹਿੰਦੇ, ਪਰ ਇਹਨਾਂ ਵਿੱਚ ਰਹਿ ਕੇ ਵੀ ਇਹਨਾਂ ਦੀ ਪ੍ਰੀਤ ਨਹੀਂ ਹੋਣੀ ਚਾਹੀਦੀ, ਇਹਨਾਂ ਦੀ ਖਿੱਚ ਨਹੀਂ ਹੋਣੀ ਚਾਹੀਦੀ। ਘੋਰ ਮਹਿਲ ਸਦਾ ਰੰਗ ਰਾਤਾ, ਸੰਗ ਤੁਮਾਰਾ ਕਛੂ ਨਾ ਜਾਤਾ। ਪਰ ਜਾਣਾ ਕੁਛ ਵੀ ਨਹੀਂ ਹੈ। 4 ਦਿਨ ਆਪਣੀ ਨੌਬਤ ਚਲੀ ਬਜਾਏ, ਇਤਨਕ ਗਠੀਆ ਕਠੀਆ ਮਟੀਆ, ਸੰਗ ਨਾ ਕਛੂ ਲੈ ਜਾਏ। ਨਾਲ ਕੁਛ ਵੀ ਨਹੀਂ ਜਾਣਾ ਜੀ। ਰਖਹਿ ਪੋਚਾਰ ਮਾਟੀ ਕਾ ਭਾਂਡਾ, ਅਤ ਕੁਚੀਲ ਮਿਲੈ ਜਮ ਡਾਂਡਾ। ਐ ਪੋਚਾ ਫੇਰ ਫੇਰ ਕੇ, ਭਾਵ ਐ ਲਿਸ਼ਕ ਪੁਸ਼ਕ ਕੇ ਅਸੀਂ ਚਮੜੀ ਨੂੰ ਰੱਖਦੇ ਹਾਂ, ਸਰੀਰ ਨੂੰ ਰੱਖਦੇ ਹਾਂ, ਪਰ ਇਸ ਲਿਸ਼ਕ ਪੁਸ਼ਕ ਦੇ ਵਿੱਚ ਰੱਬ ਦਾ ਸਿਮਰਨ ਭੁੱਲੀ ਬੈਠੇ ਹਾਂ। ਕਰਹਿ, ਮਹਾਰਾਜ ਕਹਿੰਦੇ ਰੱਖੈ ਪੋਚਾਰ ਮਾਟੀ ਕਾ ਭਾਂਡਾ। ਮਿੱਟੀ ਕਿੰਨੀ ਕੁ ਸਾਫ਼ ਕਰ ਲੇਗਾ? ਮਿੱਟੀ ਤੇ ਮਿੱਟੀ ਹੈ, ਫਿਰ ਮਿੱਟੀ ਸਾਫ਼ ਥੋੜ੍ਹੀ ਹੁੰਦੀ ਹੈ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਇਹੀ, ਕਿੰਨਾ ਕੁ ਧੋ ਲਾਂਗੇ, ਹੈ ਤੇ ਫਿਰ ਮਿੱਟੀ ਦਾ ਭਾਂਡਾ। ਇਹ ਸਮਝਦੇ ਨਹੀਂ ਅਸੀਂ। ਰੱਖੈ ਪੋਚਾਰ ਮਾਟੀ ਕਾ ਭਾਂਡਾ, ਅਤ ਕੁਚੀਲ ਮਿਲੈ ਜਮ ਡਾਂਡਾ। ਅੰਦਰੋਂ ਅਸੀਂ ਅਤ ਦੇ ਕੁਚੀਲ ਹਾਂ, ਮੈਲੇ ਹਾਂ, ਵਿਕਾਰਾਂ ਦੇ ਭਰੇ ਹੋਏ ਹਾਂ, ਜਮਾਂ ਦੇ ਵਸ ਹੀ ਪੈਂਦੇ ਹਾਂ ਜੀ। ਕਾਮ ਕ੍ਰੋਧ ਲੋਭ ਮੋਹ ਬਾਂਧਾ, ਮਹਾ ਗਰਤ ਮਹਿ ਨਿਘਰਤ ਜਾਤਾ। ਅਸੀਂ ਕਾਮ ਕ੍ਰੋਧ ਲੋਭ ਦੇ ਚਿੱਕੜ ਵਿੱਚ ਫਸੇ ਹੋਏ ਹਾਂ। ਤਿਤ ਸਰਵਰੜੈ ਪਹਿਲੇ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ, ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹ ਡੂਬੀ ਅਲੇ। ਅਸੀਂ ਤੁਰ ਨਹੀਂ ਸਕ ਰਹੇ, ਡੁੱਬਦੇ ਜਾ ਰਹੇ ਹਾਂ। ਗਰਤ ਲਫ਼ਜ਼ ਸੰਸਕ੍ਰਿਤ ਦਾ ਹੈ, ਗਰਤ ਦਾ ਹੀ ਵਿਗੜਿਆ ਹੋਇਆ ਅੰਗਰੇਜ਼ੀ ਲਫ਼ਜ਼ ਗਟਰ ਬਣਿਆ ਹੈ। ਇਹ ਗਰਤ ਤੋਂ ਹੀ ਬੜੇ ਸਾਰੇ ਲਫ਼ਜ਼ ਜਿਹੜੇ ਅਸੀਂ ਉਰਦੂ ਦੇ, ਫਾਰਸੀ ਦੇ, ਸੰਸਕ੍ਰਿਤ ਦੇ ਪੜ੍ਹਦੇ ਹਾਂ, ਇਹ ਅੰਗਰੇਜ਼ੀ ਭਾਸ਼ਾ ਵਿੱਚ ਆਏ ਨੇ। ਜਿਸ ਤਰ੍ਹਾਂ ਫਾਰਸੀ ਦਾ ਮਾਦਰ ਲਫ਼ਜ਼ ਤੇ ਪਿਦਰ, ਇਹ ਮਦਰ ਤੇ ਫਾਦਰ ਬਣਿਆ ਹੈ, ਕਿਉਂਕਿ ਇਹ ਪੁਰਾਣੀਆਂ ਭਾਸ਼ਾਵਾਂ ਨੇ। ਇਸ ਤਰ੍ਹਾਂ ਹੀ ਗਰਤ ਲਫ਼ਜ਼ ਸੰਸਕ੍ਰਿਤ ਦਾ ਹੈ, ਇਸ ਤੋਂ ਹੀ ਗਟਰ ਬਣਿਆ ਹੈ। ਗਰਤ ਕਿਉਂਕਿ ਸਾਡੀ ਜਿਹੜੀਆਂ ਪੁਰਾਤਨ ਸਿਵਿਲਾਈਜੇਸ਼ਨਸ ਨੇ, ਸਾਡੇ ਹੀ ਇਸ ਧਰਤੀ ਦੀਆਂ, ਜਿਸ ਤਰ੍ਹਾਂ ਮੋਹਨ ਜੋਦੜੋ ਕਹਿ ਲਈਏ, ਹੜੱਪਾ ਸੰਸਕ੍ਰਿਤੀ ਕਹਿ ਲਈਏ,
ਇਹਨਾਂ ਸੰਸਕ੍ਰਿਤੀਆਂ ਨੇ ਗਰਤ ਭਾਵ ਆਪਣਾ ਸੀਵਰੇਜ ਸਿਸਟਮ ਬਣਾ ਲਿਆ ਸੀ। ਇਹ ਲਫ਼ਜ਼ ਉਸ ਵੇਲੇ ਵੀ ਪ੍ਰਚਲਿਤ ਸਨ। ਇੱਥੇ ਗਰਤ ਦਾ ਮਤਲਬ ਹੈ ਖੂਹ, ਅੰਧਕੂਪ, ਟੋਆ। ਮਹਾਗਰਤ ਮੈਂ ਨਿਗਰਤ ਜਾਤਾ। ਅਸੀਂ ਇੱਕ ਹਨੇਰ ਭਾਵ ਬਹੁਤ ਵੱਡੇ ਖੱਡੇ ਵਿੱਚ ਵਿਕਾਰਾਂ ਦੇ ਡਿੱਗਦੇ ਜਾ ਰਹੇ ਹਾਂ। ਸਾਨੂੰ ਕੋਈ ਰੱਖਣ ਵਾਲਾ ਨਹੀਂ ਹੈ। ਅਸੀਂ ਯਤਨ ਕਰੀਏ ਭਾਈ ਇਹਨਾਂ ਵਿਕਾਰਾਂ ਤੋਂ ਬਾਹਰ ਆਉਣ ਲਈ। ਜਿਉਂ-ਜਿਉਂ ਉਮਰ ਵੱਧਦੀ ਹੈ ਇਹਨਾਂ ਵਿਕਾਰਾਂ ਤੋਂ ਸਾਡਾ ਖਹਿੜਾ ਨਹੀਂ ਛੁੱਟਦਾ। ਇਹ ਭੁਲੇਖਾ ਹੈ ਕਿ ਵੱਧਦੀ ਉਮਰ ਦੇ ਵਿੱਚ ਕਾਮ, ਕ੍ਰੋਧ, ਲੋਭ ਘਟ ਜਾਏਗਾ। ਸੱਚ ਤੇ ਇਹ ਹੈ ਉਮਰ ਦੇ ਵੱਧਣ ਨਾਲ ਇਹਨਾਂ ਨੇ ਵੀ ਵੱਧਦੇ ਜਾਣਾ ਹੈ, ਇਹਨਾਂ ਨੇ ਸੁਭਾਅ ਪਕਾ ਦੇਣਾ ਹੈ। ਇਸ ਕਰਕੇ ਸਤਿਗੁਰ ਜੀ ਕਹਿੰਦੇ ਆ ਕਿ ਤੂੰ ਡਿੱਗਦਾ ਜਾ ਰਿਹਾ, ਕੋਈ ਯਤਨ ਕਰ। ਕਿਹੜਾ ਯਤਨ ਹੈ? ਅਗਲੀ ਤੁਕ ਵਿੱਚ ਭਾਈ ਸਾਹਿਬ ਜੀ ਸਰਵਣ ਕਰਾਉਂਦੇ ਨੇ ਜੀ। ਨਾਨਕ ਕੀ ਅਰਦਾਸ ਸੁਣੀ ਜੈ, ਡੂਬਤ ਪਾਹਨ ਪ੍ਰਭ ਮੇਰੇ ਲੀਜੈ। ਬਸ ਇਹ ਅਰਦਾਸ ਵਿਕਾਰ ਸਾਡੇ ਨੇ ਤੇ ਗੁਰੂ ਨਾਨਕ ਸਾਹਿਬ ਸਾਡੇ ਲਈ ਅਰਦਾਸਾਂ ਕਰ ਰਹੇ ਨੇ ਕਿ ਬਾਬਾ ਦੇਖੈ ਧਿਆਨ ਧਰ ਜਲਤੀ, ਸਭ ਪ੍ਰਿਥਵੀ ਦਿਸਿਆਈ, ਬਾਜੋ ਗੁਰੂ ਗੁਬਾਰੈ ਹੈ ਕਰਤੀ ਸੁਣੀ ਲੁਕਾਈ। ਨਾਨਕ ਕੀ ਅਰਦਾਸ ਸੁਣੀ ਜੈ। ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਮੇਰੀ ਅਰਦਾਸ ਸੁਣੋ ਵਾਹਿਗੁਰੂ ਜੀ। ਡੂਬਤ ਪਾਹਨ ਪ੍ਰਭ ਮੇਰੇ ਲੀਜੈ। ਮੇਰਾ ਪੱਥਰ ਹਿਰਦੇ ਵਰਗਾ ਜਿਹੜਾ ਜੀਵਨ ਹੈ, ਪੱਥਰ ਵਰਗਾ। ਪਾਹਨ ਨੂੰ ਤੁਸੀਂ ਇਹ ਡੁੱਬਦੇ ਪੱਥਰਾਂ ਨੂੰ ਪਾਰ ਉਤਾਰ ਲਓ। ਦੇਵਾ ਪਾਹਨ ਤਾਰੀਅਲੇ, ਰਾਮ ਕਹਿਤ ਜਨ ਕਸ ਨਾ ਤਰੇ। ਤੁਸੀਂ ਪਾਰ ਉਤਾਰਨ ਕਰੋ ਜੀ। ਸੂਹੀ ਮਹਿਲਾ ਪੰਜਵਾ, ਜੀਵਤ ਮਰੈ ਬੁਝੈ ਪ੍ਰਭ ਸੋਏ, ਤਿਸ ਜਨ ਕਰਮ ਪ੍ਰਾਪਤ ਹੋਏ। ਹਰ ਕੋਈ ਕਹਿੰਦਾ ਮਰਨ ਤੋਂ ਬਾਅਦ ਸਵਰਗ ਮਿਲੇਗਾ, ਮਰਨ ਤੋਂ ਬਾਅਦ ਹੋਏਗਾ ਫੈਸਲਾ। ਪਰ ਸੱਚ ਇਹ ਹੈ ਕਿ ਜਿਉਂਦੇ ਜੀ ਮਾਰ ਕੇ ਕੋਈ ਵਿਰਲਾ, ਕੋਈ ਮਰਜੀਵੜਾ ਆਪਣੇ ਜੀਵਨ ਨੂੰ ਸਫਲ ਕਰਦਾ ਹੈ। ਜੀਵਤ ਮਰੈ ਦਾ ਮਤਲਬ ਕੀ ਹੈ? ਜਿਉਂਦੇ ਜੀ ਹੀ ਆਪਣੇ ਮਨ ਦੇ ਵਿਕਾਰਾਂ ਨੂੰ ਮਾਰ ਲੈਣਾ, ਜਿੱਤ ਲੈਣਾ। ਜੀਵਤ ਮਰੈ ਬੁਝੈ ਪ੍ਰਭ ਸੋਏ, ਬੁਝ ਲੈਣਾ ਪ੍ਰਭੂ ਦੇ ਨਾਮ ਨੂੰ। ਇਹ ਕੋਈ ਵਿਰਲਾ ਹੈ ਜਿਹੜਾ ਮਰਜੀਵੜਾ ਹੈ। ਭਗਤ ਕਰਹਿ ਮਰ ਜੀਵੜੈ, ਗੁਰਮੁਖ ਭਗਤ ਸਦਾ ਹੋਏ। ਗੁਰੂ ਦੇ ਸਨਮੁਖ ਹੀ ਕੋਈ ਮਰਜੀਵੜਾ ਆਪਣੇ ਮਨ ਨੂੰ ਮਾਰ ਲੈਂਦਾ ਹੈ। ਤਿਸ ਜਨ ਕਰਮ ਪ੍ਰਾਪਤ ਹੋਏ। ਇੱਥੇ ਕਰਮ ਬਖਸ਼ੀਸ਼ ਲਈ ਹੈ। ਅਰਬੀ ਫਾਰਸੀ ਦਾ ਇਹ ਲਫ਼ਜ਼ ਹੈ। ਕਿਸੇ ਵਿਰਲੇ ਤੇ ਇਹ ਕਰਮ ਬਖਸ਼ੀਸ਼ ਹੁੰਦੀ ਹੈ ਜਿਹੜਾ ਜਿਉਂਦੇ ਜੀ ਆਪਣੇ ਮਨ ਨੂੰ ਮਾਰਦੇ ਨੇ ਜੀ। ਸੁਣ ਸਾਜਨ ਯੋ ਦੁੱਤਰ ਤਰੀਐ, ਮਿਲ ਸਾਧੂ ਹਰ ਨਾਮ ਉਚਰੀਐ ਰਹਾਉ। ਸੁਣ ਸਾਜਨ ਇਉਂ ਦੁੱਤਰ ਤਰੀਐ। ਦੁੱਤਰ ਕਹਿੰਦੇ ਨਾ ਤਰੇ ਜਾਣ ਵਾਲਾ ਇਹ ਭਵ ਸਾਗਰ। ਦੁੱਤਰ ਜਿਹਨੂੰ ਕੋਈ ਆਪਣੇ ਯਤਨ ਨਾਲ ਤਰ ਨਹੀਂ ਸਕਿਆ। ਇਹਦੇ ਬਹੁਤੇ ਆਏ ਤੇ ਬਹੁਤੇ ਡੁੱਬ ਗਏ। ਫੰਨੇ ਖਾਂ ਆਪਣੇ ਆਪ ਨੂੰ ਕਹਾਉਣ ਵਾਲੇ ਵੀ ਨਹੀਂ ਪਾਰ ਉਤਾਰਾ ਕਰ ਸਕੇ। ਕਿਉਂਕਿ ਇਹ ਤੇ ਗੁਰੂ ਦੀ ਕਿਰਪਾ ਨਾਲ ਹੈ। ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਸੁਣ ਸਾਜਨ ਇਉਂ ਦੁੱਤਰ ਤਰੀਐ। ਕਿਵੇਂ ਤਰਨਾ? ਮਿਲ ਸਾਧੂ ਹਰ ਨਾਮ ਉਚਰੀਐ। ਸਾਧ ਜਨਾਂ ਦੀ ਸੰਗਤ ਹੀ ਇਹ ਬੇੜਾ ਹੈ, ਜਹਾਜ਼ ਹੈ। ਇਹ ਹੈ ਗੁਰ ਪੌੜੀ ਬੇੜੀ ਗੁਰੂ, ਗੁਰ ਤੁਲਹਾ ਹਰ ਨਾਮ, ਗੁਰ ਸਰ ਸਾਗਰ ਬੋਹਿਥੋ, ਗੁਰ ਤੀਰਥ ਦਰਿਆ। ਉਹ ਇੱਥੇ ਆ ਕੇ ਇਹ ਸਾਗਰ ਤਰਿਆ ਜਾਂਦਾ ਹੈ। ਪ੍ਰਭੂ ਦਾ ਨਾਮ ਉਚਰੀਏ। ਕਲਯੁਗ ਜਹਾਜ਼ ਅਰਜੁਨ ਗਰੂ, ਸਗਲ ਸ੍ਰਿਸ਼ਟ ਲਗ ਬਿਹਤਰੋ। ਸਾਰੀ ਸ੍ਰਿਸ਼ਟੀ ਇਸ ਸੰਗਤ ਦੇ ਜਹਾਜ਼ ਵਿੱਚ ਬਹਿ ਕੇ ਤਰ ਸਕਦੀ ਹੈ। ਰਹਾਓ ਏਕ ਬਿਨਾ ਦੂਜਾ ਨਹੀਂ ਜਾਣੈ, ਘਟ ਘਟ ਅੰਤਰ ਪਾਰ ਬ੍ਰਹਮ ਪਛਾਨੈ। ਜਿਹੜੇ ਇਸ ਧਰਤੀ ਦੀ ਧਾਰਮਿਕ ਸਭ ਤੋਂ ਵੱਡੀ ਦਸ਼ਾ ਸੀ ਨਾ, ਉਹ ਇੱਕ ਨਹੀਂ, ਉਹ ਸੈਂਕੜਿਆਂ ਨੂੰ ਪੂਜਣ ਵਾਲੀ ਸੀ। ਲੋਕਾਂ ਦੇ ਤਿਲਕ ਲਾਉਣ ਦਾ ਤਰੀਕਾ ਵੱਖਰਾ ਸੀ। ਕੋਈ ਸਿੱਧਾ ਲਾਉਂਦਾ ਸੀ, ਕੋਈ ਮੋੜ ਘੋੜ ਕੇ ਲਾਉਂਦਾ ਸੀ, ਕੋਈ ਤੁਲਸੀ ਮਾਲਾ ਪਾਉਂਦਾ ਸੀ, ਕੋਈ ਰੁਦਰਾਕਸ਼ ਦੀ ਪਾਉਂਦਾ ਸੀ ਤੇ ਕੋਈ ਲੱਕੜ ਦੀ ਪਾਉਂਦਾ ਸੀ। ਕੋਈ ਕਿਸੇ ਇਸ਼ਟ ਨੂੰ ਧਿਆਉਂਦਾ ਸੀ, ਕੋਈ ਕਿਸੇ ਇਸ਼ਟ ਨੂੰ ਧਿਆਉਂਦਾ ਸੀ। ਇੱਥੋਂ ਤੱਕ ਕਹਿੰਦੇ ਜਿਹੜੇ ਉਹ ਵੱਡੇ ਦੇਵਤੇ ਆਪਸ ਦੇ ਵੈਰੀ ਨੇ ਤੇ ਜਿਹੜੇ ਜਪਣ ਵਾਲੇ ਨੇ ਉਹ ਆਪਸ ਦੇ ਖਿਲਾਫ ਕਿਵੇਂ ਹੋ ਜਾਣਗੇ। ਸੱਚ ਤੇ ਇਹ ਹੈ, ਗੁਰੂ ਨਾਨਕ ਸਾਹਿਬ ਨੇ ਓੰਕਾਰ ਦੇ ਅੱਗੇ ਏਕਾ ਲਾਤਾ ਕਿ ਭਾਈ ਤੂੰ ਦਾਨਾ ਤੂੰ ਅਬ ਚਲ, ਤੂੰ ਹੀ ਜਾਤ ਮੇਰੀ ਪਾਤੀ, ਤੂੰ ਅਡੋਲ ਕਮਹਿ ਡੋਲੇ ਨਾਹੀ, ਤਾਂ ਮਨ ਕੈਸੀ ਤਾਤੀ, ਏਕੈ ਏਕੈ ਏਕ ਤੂੰ ਹੀ,
ਏਕ ਹੈ ਤੂੰ ਰਾਇਆ ਤਉ ਕਿਰਪਾ ਤੇ ਸੁਖ ਪਾਇਆ। ਇੱਕ ਹੈ। ਜੇ ਹੁਣ ਭਾਈ ਗੁਰਦਾਸ ਇਹੀ ਤੇ ਕਹਿੰਦੇ ਆ, ਕਹਿੰਦੇ ਦੋ ਬੇੜੀਆਂ 'ਚ ਪੈਰ ਧਰਨ ਵਾਲਾ ਡੁੱਬੇਗਾ, ਕਿੱਥੇ ਨਹੀਂ ਪਹੁੰਚੇਗਾ। ਕਹਿੰਦੇ ਜਿਹੜਾ ਰਸਤਾ ਇੱਕ ਜਾ ਰਿਹਾ ਬੰਦਾ ਤੁਰੀ ਜਾਏਗਾ, ਅੱਗੋਂ ਰਸਤਾ ਦੁਫਾੜ ਹੋ ਗਿਆ, ਦੁਰਾਹਾ ਬਣ ਗਿਆ, ਬੰਦਾ ਕਹੇ ਮੈਂ ਇੱਧਰ ਵੀ ਤੁਰਾਂਗਾ, ਮੈਂ ਇੱਧਰ ਵੀ ਜਾਵਾਂ, ਉਹ ਮੰਜ਼ਿਲ ਤੇ ਨਹੀਂ ਪਹੁੰਚੇਗਾ। ਇੱਕ ਸ਼ੀਸ਼ੇ ਵਿੱਚ ਚਿਹਰਾ ਵੇਖਿਆ ਜਾ ਸਕਦਾ, ਜੇ ਸ਼ੀਸ਼ੇ ਦੇ ਪਿੱਛੇ ਸ਼ੀਸ਼ਾ ਲਾ ਦਿਓ ਫਿਰ ਦੋ ਸ਼ੀਸ਼ਿਆਂ 'ਤੇ ਨਹੀਂ ਸੈਂਕੜੇ ਚਿਹਰੇ ਦਿਸਣਗੇ। ਇਸੇ ਤਰ੍ਹਾਂ ਪ੍ਰਜਾ ਦਾ ਇੱਕੋ ਰਾਜਾ ਹੋਏ ਤੇ ਪ੍ਰਜਾ ਦਾ ਹਾਲ ਪੁੱਛਿਆ ਜਾਂਦਾ। ਜੇ ਪ੍ਰਜਾ ਦੇ ਦੋ ਰਾਜੇ ਬਣ ਜਾਣ ਨਾ, ਨਰਪਤ ਦੋ ਹੋ ਜਾਣ, ਪ੍ਰਜਾ ਦਾ ਬੇੜਾ ਗਰਕ ਹੋ ਜਾਂਦਾ। ਤੇ ਸੁਹਾਗਣ ਵੀ ਉਹ ਹੈ ਜਿਹਦਾ ਖਸਮ ਇੱਕ ਹੈ। ਹੁਣ ਮਹਾਰਾਜ ਜੀ ਬਾਣੀ ਵਿੱਚ ਵੀ ਇਹ ਕਹਿੰਦੇ, ਭਾਈ ਗੁਰਦਾਸ ਵੀ ਕਿੰਨੇ ਸਾਰੇ, ਇਸ ਤੋਂ ਵੀ ਜ਼ਿਆਦਾ ਸੈਂਕੜੇ ਉਦਾਹਰਣ ਭਾਈ ਗੁਰਦਾਸ ਨੇ ਇੱਕ ਦੀ ਭਗਤੀ ਲਈ, ਇੱਕ ਪਾਰ ਬ੍ਰਹਮ ਪਰਮੇਸ਼ਵਰ ਨੂੰ ਧਿਆਉਣ ਵਾਸਤੇ ਬਾਰ-ਬਾਰ ਐਮਫਸਿਸ ਕੀਤਾ। ਗੁਰੂ ਸਾਹਿਬ ਕਹਿੰਦੇ ਏਕ ਬਿਨਾ ਦੂਜਾ ਨਹੀਂ ਜਾਣੈ। ਦੂਜਾ ਕੌਣ ਹੈ? ਇੱਕੋ ਹੀ ਵੱਡਾ ਹੈ। ਤੂੰ ਜੈਸਾ ਤੂੰ ਤੈਸਾ ਤੂੰ ਹੀ, ਕਿਆ ਉਪਮਾ ਦੀਜੈ, ਕੋਈ ਦੂਜਾ ਨਹੀਂ ਹੈ। ਸਾਜਨ ਘਟ ਘਟ ਅੰਤਰ ਪਾਰ ਬ੍ਰਹਮ ਪਛਾਨੈ। ਇੱਕ ਨੂੰ ਹੀ ਚੇਤਾ ਕਰਕੇ ਉਹੀ ਇੱਕ ਸਾਰਿਆਂ ਦੇ ਵਿੱਚ ਵਰਤਦਾ ਹੈ, ਸਾਰਿਆਂ ਦੇ ਅੰਦਰ ਉਹ ਹੈ। ਨਾ ਕੋਈ ਜ਼ਾਤ ਦਾ ਵਿਤਕਰਾ, ਨਾ ਪਾਤ ਦਾ, ਨਾ ਰੰਗ ਦਾ, ਨਾ ਭੇਤ ਦਾ, ਨਾ ਵੱਡੇ ਦਾ, ਨਾ ਛੋਟੇ ਦਾ, ਸਭ ਦੇ ਅੰਦਰ ਉਹੀ ਵਰਤ ਰਿਹਾ। ਇਹੀ ਸੋਝੀ ਗੁਰੂ ਅਰਜਨ ਸਾਹਿਬ ਜੀ ਦ੍ਰਿੜ ਕਰਾਉਂਦੇ ਨੇ ਜੀ। ਜੋ ਕਿਛ ਕਰੈ ਸੋਈ ਭਲ ਮਾਨੈ, ਆਦ ਅੰਤ ਕੀ ਕੀਮਤ ਜਾਣੈ। ਫਿਰ ਧਰਮ ਦੇ ਮਾਰਗ ਤੇ ਤੁਰਨ ਲਈ ਨਾ ਹੁਕਮ ਮੰਨਣਾ ਬੜਾ ਜ਼ਰੂਰੀ ਹੈ। ਗੁਰੂ ਨੂੰ ਇਹ ਕਹਿ ਦੇਣਾ ਕਿ ਜੋ ਕੁਛ ਕੀਤਾ ਹੈ ਨਾ ਉਹ ਭਲਾ ਹੈ, ਇਸ ਤੋਂ ਵਧੀਆ ਕੁਛ ਹੋ ਨਹੀਂ ਸਕਦਾ ਜੋ ਤੁਸੀਂ ਕਰ ਦਿੱਤਾ। ਪਰ ਸਾਡੇ ਮਨ 'ਚ ਸ਼ਿਕਵੇ ਨੇ, ਸਾਡੇ ਮਨ 'ਚ ਝੂਰੇ ਨੇ, ਸਾਡੇ ਮਨ 'ਚ ਉਲਾਮੇ ਨੇ, ਇਹ ਕੀ ਕੀਤਾ, ਇਹ ਕਿਉਂ ਹੋਇਆ। ਨਹੀਂ, ਪ੍ਰਭੂ ਦੀ ਆਗਿਆ ਸਿਰ ਮੱਥੇ ਕਬੂਲ ਕਰਨੀ। ਇਹ ਜੋ ਕੁਛ ਕਰੈ ਸੋਈ ਭਲ ਮਾਨੈ, ਭਲਾ ਹੈ ਸਾਡੇ ਲਈ, ਇਹੀ ਭਲਾ ਹੈ। ਆਦ ਅੰਤ ਕੀ ਕੀਮਤ ਜਾਣੈ, ਉਹ ਸਾਰਾ ਸਭ ਕੁਝ ਜਾਣਦਾ। ਸਾਡਾ ਆਦ ਵੀ ਸਾਨੂੰ ਬਚਾਉਣ ਵਾਲਾ ਤੇ ਅੰਤ ਵੀ ਰੱਖਣ ਵਾਲਾ ਉਹ ਹੈ। ਤਾਂ ਹੀ ਉਸ ਪਾਰ ਬ੍ਰਹਮ ਪਰਮੇਸ਼ਵਰ ਦੀ ਕੀਮਤ ਜਾਣ ਸਕਦੇ ਹਾਂ ਕਿ ਜਿਸ ਵੇਲੇ ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ ਹੁਕਮ ਮੰਨਣਾ ਪਏਗਾ ਜੀ। ਕਹੋ ਨਾਨਕ ਤਿਸ ਜਨ ਬਲਹਾਰੀ, ਜਾ ਕੈ ਹਿਰਦੈ ਵਸਹਿ ਮੁਰਾਰੀ। ਬੜੇ ਸਾਰੇ ਮਿਥਿਹਾਸਕ ਨਾਮ ਬਾਣੀ 'ਚ ਆਏ ਨੇ। ਮਧੂਸੂਦਨ ਆਇਆ, ਮੁਰਾਰ ਆਇਆ। ਹੁਣ ਮਧੂਸੂਦਨ ਵਿਕਾਰਾਂ ਨੂੰ ਮਾਰਨ ਵਾਲਾ ਹੈ। ਇਹ ਨਾ ਸਮਝ ਲਈਏ ਕਿ ਕੋਈ ਦੇਵਤਾ ਜਾਂ ਸ਼ੈਤਾਨ ਦਾ ਜ਼ਿਕਰ ਕੀਤਾ 33 ਕਰੋੜ ਵਿੱਚੋਂ। ਇਸੇ ਤਰ੍ਹਾਂ ਮੁਰਾਰੀ, ਜਿਹਦੇ ਲੱਕ ਦੇ ਦੁਆਲੇ ਰੱਸਾ ਹੈ, ਉਹਨੂੰ ਨਹੀਂ ਕਿਹਾ ਮੁਰਾਰੀ। ਮੁਰਾਰੀ ਕਿਹਾ ਜਿਹਨੇ ਸਾਰਾ ਸੰਸਾਰ ਆਪਣੇ ਕਲਾਵੇ ਵਿੱਚ ਲਿਆ ਹੋਇਆ। ਇਹ ਸਾਰੇ ਮਾਣਕ ਮੋਤੀ ਰੂਪੀ ਸੰਸਾਰ ਉਸੀ ਸੂਤ ਵਿੱਚ ਪਰੋਇਆ ਹੋਇਆ ਹੈ ਕਿ ਉਸ ਤੋਂ ਬਾਹਰ ਕੋਈ ਨਹੀਂ ਹੈ। ਇਸ ਕਰਕੇ ਉਸ ਪਾਰ ਬ੍ਰਹਮ ਪਰਮੇਸ਼ਵਰ ਤੋਂ ਬਲਹਾਰ ਜਾਈਏ। ਕਹੋ ਨਾਨਕ ਤਿਸ ਜਨ ਬਲਹਾਰੀ, ਜਾ ਕੇ ਹਿਰਦੈ ਵਸੈ ਮੁਰਾਰੀ। ਉਸ ਜਨ ਤੋਂ ਵੀ ਬਲਹਾਰ ਜਾਈਏ। ਹਉ ਕੁਰਬਾਨੈ ਜਾਉ ਮਿਹਰਬਾਨਾ, ਹਉ ਕੁਰਬਾਨੈ ਜਾਉ, ਹਉ ਕੁਰਬਾਨੈ ਜਾਉ ਤਿਨਾ ਕੈ ਲੈਣ ਜੋ ਤੇਰਾ ਨਾਮ। ਜਿਹੜੇ ਨਾਮ ਜਪਦੇ ਨੇ ਉਹਨਾਂ ਤੋਂ ਵੀ ਅਸੀਂ ਬਲਹਾਰ ਜਾਈਏ, ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਵਸੇ ਨੇ ਜੀ। ਗੁਰੂ ਨੂੰ ਸਦਾ ਹੀ ਬਲਹਾਰ ਜਾਈਏ। ਇੱਥੇ ਸਮਾਂ ਸਮਾਪਤ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ। ਆਪ ਸੰਗਤਾਂ ਦਾ ਧੰਨਵਾਦ। ਅੱਜ ਸਤਿਕਾਰਯੋਗ ਭਾਈ ਸਾਹਿਬ ਭਾਈ ਰਾਜਵਿੰਦਰ ਸਿੰਘ ਜੀ ਦਾ ਧੰਨਵਾਦ, ਜਿਹੜੇ ਆਪ ਜੀ ਨੂੰ ਬੜੇ ਪ੍ਰੇਮ ਨਾਲ ਜੁੜ ਕੇ ਬਾਣੀ ਸਰਵਣ ਕਰਾ ਰਹੇ ਨੇ। ਇਹ ਸੇਵਾਵਾਂ ਲਗਾਤਾਰ ਚੱਲ ਰਹੀਆਂ ਨੇ। ਬਹੁਤ ਬਹੁਤ ਸਤਿਗੁਰੂ ਜੀ ਦੀ ਕਿਰਪਾ ਹੈ। ਆਓ ਜੀ 1-2 ਮਿੰਟ ਬੈਠ ਕੇ ਵਾਹਿਗੁਰੂ ਸਿਮਰਨ ਕਰੀਏ, ਫਿਰ ਅਗਲਾ ਪ੍ਰੋਗਰਾਮ ਆਪ ਭਾਈ ਸਾਹਿਬ ਜੀ ਪਾਸੋਂ ਸਰਵਣ ਕਰੋ। ਸਾਰੇ ਨੇਤਰ ਬੰਦ ਕਰੋ। ਆਖੋ ਜੀ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।